ਭਾਈ ਜੀ ਬਹੁਤ ਬਹੁਤ ਸਵਾਗਤ ਸਰਦਾਰ ਸੇਖੋਂ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਗੱਲ ਇਹ ਹੈ ਬਈ ਜੇ ਮੈਂ ਆਪਣੀ ਗੱਲ ਇਹਦੇ ਵਿੱਚ ਕਰਾਂ, ਹਾਂਜੀ, ਜਿਸ ਦਿਨ ਮੈਂ ਤੁਹਾਡੇ ਨਾਲ ਗੱਲ ਸ਼ੁਰੂ ਕੀਤੀ ਸੀ, ਤੁਹਾਡੀ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਸੀ, ਹਾਂਜੀ, ਕਿਤਾਬ ਅੱਧ ਤੋਂ ਪੜ੍ਹ ਕੇ ਮੈਂ ਫੇਰ ਪਿੱਛੇ ਨੂੰ ਚਲੇ ਗਿਆ। ਅੱਛਾ ਜੀ। ਮੈਨੂੰ ਇਹ ਆ ਵੀ ਮੈਨੂੰ ਪਤਾ ਹੋਣਾ ਚਾਹੀਦਾ ਮੈਂ ਕਿਹੜੀ ਗੱਲ ਤੇ। ਦਸਮ ਗ੍ਰੰਥ ਸਾਹਿਬ ਨਹੀਂ ਮੈਂ ਪੜ੍ਹਿਆ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਪੜ੍ਹਿਆ। ਨਿਤਨੇਮ ਹਰ ਰੋਜ਼ ਨਹੀਂ ਹੁੰਦਾ, ਪਰ ਮੈਂ ਕਰਦਾ, ਮੈਨੂੰ ਇਹ ਮੰਨਣਾ ਚਾਹੀਦਾ। ਉਹਨੇ ਹੁਣ ਜਿਹਨੂੰ ਨਿਤਨੇਮ ਨਹੀਂ ਜਿਹਨੇ ਕੀਤਾ, ਜਿਹਨੇ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ, ਉਹ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਬਾਰੇ ਨਿਰਣਾ ਕਰਦਾ ਬਾਹਰੋਂ ਸੁਣ ਕੇ। ਹਾਂਜੀ, 95 ਕੀ 99% ਸਿੱਖਾਂ ਨੂੰ ਪਤਾ ਨਹੀਂ ਦਸਮ ਗ੍ਰੰਥ ਸਾਹਿਬ ਦੇ ਵਿੱਚ ਕੀ। ਬਿਲਕੁਲ, ਹਾਂਜੀ। ਅੱਛਾ, ਹੁਣ ਮੈਨੂੰ ਇੱਕ ਦੱਸਿਓ ਵੀ ਜਿਹੜੇ ਪਿੰਡਾਂ 'ਚ, ਮੈਂ ਇੱਕ ਹੁਣ ਸਿੱਧੀ ਗੱਲ ਕਰਨੀ ਚਾਹੁੰਦਾ, ਮੈਂ ਪਿੰਡ 'ਚੋਂ ਮੈਂ ਆਇਆ, ਮੈਂ ਸ਼ਿਵਰਾਤਰੀ ਵੀ ਉੱਥੇ ਮਨਾਉਣਾ, ਮੈਂ ਜਨਮ ਅਸ਼ਟਮੀ ਵੀ ਉੱਥੇ ਮਨਾਉਣਾ, ਮੈਂ ਉੱਥੇ ਈਦ ਵਾਲੇ ਦਿਨ ਸਾਡੇ ਮੁਸਲਮਾਨ ਪਰਿਵਾਰਾਂ ਦਾ ਵੀ ਖਿਆਲ ਰੱਖਦਾ। ਠੰਡ 'ਚ ਗਏ ਹੁੰਦੇ ਨੇ, ਸ਼ਿਵਰਾਤਰੀ ਉੱਥੇ ਹੁੰਦੀ ਹੈ, ਜਨਮ ਅਸ਼ਟਮੀ ਦਾ ਮੇਰੇ ਪਿੰਡ ਮੇਲਾ ਭਾਰੀ ਲੱਗਦਾ। ਉਹ ਹਿੰਦੂ ਜਿਹੜੇ ਧਰਮ ਦੇ ਹਿਸਾਬ ਨਾਲ ਜਿਹੜੇ ਦੇਵੀ ਦੇਵਤੇ ਭਗਵਾਨ ਨੇ ਉਹਨਾਂ ਦੇ ਨਾਂ ਅਸੀਂ ਜ਼ਿੰਦਗੀ 'ਚ ਲੈਂਦੇ ਵੀ ਹਾਂ, ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਨਾਂ ਵੀ ਆਉਂਦੇ ਨੇ। ਹਾਂਜੀ, ਪਰ ਉਹ ਦਸਮ ਗ੍ਰੰਥ ਸਾਹਿਬ ਦੇ ਵਿੱਚ ਨਾਂ ਆਉਣ ਕਰਕੇ ਵਿਰੋਧਤਾ ਕਿਉਂ ਹੋ ਰਹੀ ਹੈ? ਇਹ ਜਿਹੜੇ ਆਮ ਲੋਕ ਆ ਜੀ, ਅਸੀਂ ਪ੍ਰੇਮ ਕਰਦੇ ਹਾਂ ਸਿੱਖੀ ਨੂੰ, ਨੋ ਡਾਊਟ ਅਸੀਂ ਗੁਰੂਆਂ ਨੂੰ ਪ੍ਰੇਮ ਕਰਦੇ ਹਾਂ। ਇਹ ਲੋਕ ਸਾਡਾ ਇਸ ਗੱਲ ਦਾ ਫਾਇਦਾ ਉਠਾਉਂਦੇ ਆ। ਹਾਂਜੀ, ਨਫ਼ਰਤ ਇਹਨਾਂ ਨੇ ਫੈਲਾ ਦਿੱਤੀ ਆ, ਸਾਡੇ ਧਰਮ ਦੀ ਵਿਸ਼ਾਲਤਾ ਖਤਮ ਕਰ ਦਿੱਤੀ ਆ। ਉਹ ਸਾਡੇ ਅੰਦਰ ਇੱਕ ਡਰ ਪਾਤਾ ਇਹਨਾਂ ਨੇ ਵੀ ਤੁਹਾਨੂੰ RSS ਨੇ ਖਤਮ ਕਰ ਦੇਣਾ। ਇਹ ਗੱਲ ਬਿਲਕੁਲ ਗਲਤ ਹੈ ਜੀ। ਜੇ ਕਿਸੇ ਨੇ ਸਾਨੂੰ ਖਤਮ ਕਰਨਾ, ਸਭ ਤੋਂ ਪਹਿਲਾਂ ਤਾਂ ਸਾਡੀ ਅਗਿਆਨਤਾ ਨੇ ਕਰਨਾ ਖਤਮ। ਦੂਜਾ ਬੰਦਾ ਫੇਰ ਹੀ ਸਫਲ ਹੋਊਗਾ ਜੇ ਸਾਡੇ ਅੰਦਰ ਅਗਿਆਨਤਾ ਹੋਊ। ਹੁਣ ਸਾਡੇ ਧਰਮ ਦੀ ਜੇ ਵਿਸ਼ਾਲਤਾ ਦੱਸੀਏ, ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਵੀ ਦੇਵੀ ਦੇਵਤਿਆਂ ਨੂੰ ਮਾਨਤਾ ਦਿੱਤੀ ਗਈ ਆ, ਹਾਂਜੀ, ਪਰ ਸਾਰੇ ਅਕਾਲ ਪੁਰਖ ਅਧੀਨ ਰੱਖੇ ਗਏ ਆ। ਦੋਵਾਂ ਗ੍ਰੰਥਾਂ ਦੇ ਵਿੱਚ ਇੱਕੋ ਹੀ ਸੋਚ ਆਉਂਦੀ ਆ। ਹੁਣ ਵਿਸ਼ਾਲਤਾ ਇੰਨੀ ਕੁ ਹੈਗੀ ਆ ਕਿ ਮੂਰਤੀ ਪੂਜਾ ਦੀ ਜੇ ਅਸੀਂ ਗੱਲ ਕਰੀਏ, ਗੁਰੂ ਗੋਬਿੰਦ ਸਿੰਘ ਜੀ ਨੇ ਖਿਲਾਫ ਕਿਹਾ ਉਸਦੇ, ਜਾਗਤ ਜੋਤ ਜਪੈ ਨੇ ਸੁਬਾਸਰ ਨੇਕ ਬਨਾ ਮਨ ਏਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੇ। ਹਾਂਜੀ, ਹੁਣ ਕੋਈ ਬ੍ਰਾਹਮਣ ਇਹ ਗੱਲ ਨਹੀਂ ਕਹਿ ਸਕਦਾ, ਪਹਿਲੀ ਗੱਲ ਤਾਂ। ਫਿਰ ਦੂਸਰੇ ਪਾਸੇ ਦੇਖਦੇ ਆ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੂਰਤੀ ਪੂਜਕਾਂ ਦੀ ਬਾਣੀ ਦਰਜ ਆ। ਭਗਤ ਨਾਮਦੇਵ ਜੀ ਨੂੰ ਮੰਦਿਰ 'ਚੋਂ ਧੱਕੇ ਵੱਜਦੇ ਨੇ, ਮੰਦਿਰ ਦੇ ਵਿੱਚ ਮੂਰਤੀ ਹੁੰਦੀ ਹੈ। ਹਾਂਜੀ, ਹੁਣ ਇਹਦਾ ਰੀਜ਼ਨ ਆ ਕਿਉਂ ਮੂਰਤੀ ਪੂਜਕਾਂ ਦੀ ਬਾਣੀ ਦਰਜ ਆ। ਇਹਨੂੰ ਵੀ ਸਮਝਣ ਨੂੰ ਅਸੀਂ ਭਗਤ ਨਾਮਦੇਵ ਜੀ ਤੇ ਮੀਰਾਬਾਈ ਦਾ ਸਹਾਰਾ ਲਵਾਂਗੇ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਆ, ਤੇ ਉਹਦੀਆਂ ਪਹਿਲਾਂ ਮੈਂ 2 ਪੰਕਤੀਆਂ ਛੱਡ ਲੈਣਾ। ਉਹਦੇ ਵਿੱਚ ਅੱਗੇ ਉਹ ਫਰਮਾਉਂਦੇ ਨੇ, ਧੰਨ ਧੰਨ ਮੇਘਾ ਰੁਮਾਵਲੀ, ਧੰਨ ਧੰਨ ਕ੍ਰਿਸ਼ਨ ਓੜੇ ਕੰਬਲੀ। ਮੇਘਾ ਹੁੰਦਾ ਭੇਡੂ, ਉਹ ਕਹਿੰਦੇ ਉਹ ਭੇਡੂ ਵੀ ਧੰਨ ਆ, ਭੇਡੂ ਦੀ ਉੱਨ ਵੀ ਧੰਨ ਆ, ਉਹ ਉੱਨ ਤੋਂ ਬਣੀ ਹੋਈ ਉਹ ਕੰਬਲੀ ਵੀ ਧੰਨ ਆ ਜਿਹੜੀ ਕ੍ਰਿਸ਼ਨ ਜੀ ਨੇ ਆਪਣੇ ਉੱਪਰ ਓੜੀ ਹੋਈ ਆ, ਉੱਪਰ ਲਈ ਆ। ਧੰਨ ਧੰਨ ਮੇਘਾ ਰੁਮਾਵਲੀ, ਧੰਨ ਧੰਨ ਕ੍ਰਿਸ਼ਨ ਓੜੇ ਕੰਬਲੀ, ਧੰਨ ਧੰਨ ਮਾਤਾ ਦੇਵਕੀ, ਜੈ ਗ੍ਰਹਿ ਰਮਿਆ ਕਮਲਾਪਤੀ। ਮਾਤਾ ਦੇਵਕੀ ਜਨਮ ਦੇਣ ਵਾਲੀ ਸੀ, ਤੇ ਮਾਤਾ ਯਸ਼ੋਦਾ ਜਿਹਦੇ ਘਰ ਵਿੱਚ ਪਲੇ ਉਹ, ਕਹਿੰਦੇ ਉਹ ਵੀ ਧੰਨ ਨੇ। ਧੰਨ ਧੰਨ ਸ੍ਰੀ ਬਿੰਦਰਾਵਨ ਕ੍ਰਿਸ਼ਨ ਜੀ ਦਾ ਬਣ ਸੀਗਾ ਜੰਗਲ। ਜੀ, ਧੰਨ ਧੰਨ ਸ੍ਰੀ ਬਿੰਦਰਾਵਨ, ਜੈ ਖੇਲੇ ਸ਼੍ਰੀ ਨਾਰਾਇਣ, ਜਿੱਥੇ ਨਾਰਾਇਣ ਆਪ ਖੇਡਿਆ। ਬੀਨ ਬਜਾਵੇ ਗੋਦਨ ਚਰੇ, ਨਾਮੇ ਕਾ ਸਵਾਮੀ ਆਨੰਦ ਕਰੇ। ਕ੍ਰਿਸ਼ਨ ਜੀ ਬਾਂਸਰੀ ਵਜਾ ਰਹੇ ਨੇ, ਗਊਆਂ ਚੱਲ ਰਹੀਆਂ ਨੇ, ਨਾਮਦੇਵ ਦਾ ਸਵਾਮੀ ਆਨੰਦ ਕਰ ਰਿਹਾ। ਹਾਂਜੀ, ਫਿਰ ਫਰਮਾਉਂਦੇ ਨੇ, ਹੇ ਮੇਰੇ ਬਾਪ ਮਾਧੋ, ਤੂੰ ਧੰਨ ਕੇਸੋ ਸਾਂਵਲੀ ਉਹ ਬੀਠਲਾਏ। ਧੰਨ ਹੈ ਤੂੰ ਲੰਮੇ ਕੇਸਾਂ ਵਾਲੇ ਸਾਂਵਲੇ ਰੰਗ ਦੇ ਬੀਠਲ ਪ੍ਰਭੂ। ਹੁਣ ਮੀਰਾਬਾਈ ਉਹ ਵੀ ਕ੍ਰਿਸ਼ਨ ਜੀ ਦੀ ਭਗਤ ਨਹੀਂ ਸੀਗੀ, ਤਕਰੀਬਨ ਗੁਰੂ ਅਮਰਦਾਸ ਜੀ ਦੇ ਸਮੇਂ, ਅਕਬਰ ਬਾਦਸ਼ਾਹ ਸਮੇਂ ਹੋਈ ਹੈ ਇਹ। ਉਹਨਾਂ ਦਾ ਇੱਕ ਸ਼ਬਦ ਜਿਹਦੀ ਪੰਕਤੀ ਸੀਗੀ, ਮਾਈ ਰੀ ਮੇਰਾ ਮਰ ਵੇਦਿਓ ਕੰਵਲ ਨੈਣ ਆਪਣੇ ਗੁਣ, ਉਹ ਗੁਰੂ ਅਰਜਨ ਦੇਵ ਜੀ ਦੀ ਆਖਰੀ ਕੱਚੀ ਸੈਂਚੀ ਤੱਕ ਚੱਲ ਗਈ ਸੀਗੀ। ਹੋ ਸਕਦਾ ਗੁਰੂ ਸਾਹਿਬ ਨੇ ਆਪ ਮੰਗਵਾਈ ਹੋਵੇ ਵੀ ਔਰਤ ਦੀ ਬਾਣੀ ਵੀ ਦਰਜ ਕਰਨੀ ਹੈ, ਜਾਂ ਕੋਈ ਹੋਰ ਲੈ ਕੇ ਆਇਆ ਹੋਵੇ। ਫਿਰ ਉਹਦੇ ਵਿਚਾਰ ਹੋ ਕੇ ਉਹ ਰਿਜੈਕਟ ਹੁੰਦਾ, ਉਹਦਾ ਰੀਜ਼ਨ ਆ। ਹਾਂਜੀ, ਮੀਰਾ ਜਿਹੜੀ ਸੀਗੀ ਰਾਜਸਥਾਨ ਦੀ ਔਰਤ ਸੀ। ਜਦੋਂ ਬੱਚੀ ਸੀਗੀ ਤਾਂ ਉਹ ਪਹਿਲੀ ਵਾਰ ਇੱਕ ਬਰਾਤ ਦੇਖਦੀ ਆ ਜਾਂਦੀ, ਸ਼ਹਿਨਾਈਆਂ ਵੱਜ ਰਹੀਆਂ ਨੇ, ਰਥ ਸਜੇ ਹੋਏ ਨੇ। ਉਹਨੂੰ ਚਾਅ ਚੜ੍ਹ ਜਾਂਦਾ ਤੇ ਪੁੱਛਦੀ ਆ ਵੀ ਕੀ ਹੋ ਰਿਹਾ। ਕਹਿੰਦੇ ਵੀ ਬਰਾਤ ਆ, ਲਾੜਾ ਵਿਆਹੁਣ ਚੱਲਿਆ, ਇੱਕ ਦਿਨ ਤੈਨੂੰ ਵੀ ਇਸੇ ਤਰ੍ਹਾਂ ਲਾੜਾ ਵਿਆਹੁਣ ਆਊਗਾ। ਉਹ ਭੱਜੀ ਘਰੇ ਜਾਂਦੀ ਹੈ, ਘਰ ਦੇ ਅੰਦਰ ਛਾਲ ਮਾਰਦੀ ਹੈ ਤੇ ਮਾਂ ਨੂੰ ਪੁੱਛਦੀ ਹੈ, ਮਾਂ ਮੇਰਾ ਵਿਆਹ ਕਿਸ ਨਾਲ ਹੋਵੇਗਾ। ਉਹ ਮਾਂ ਇੱਕਦਮ ਚੌਂਕ ਕੇ ਤਾਂ ਉਹਨੂੰ ਮੂੰਹ ਚੱਕਦੀ ਹੈ, ਮੂਹਰੇ ਕ੍ਰਿਸ਼ਨ ਜੀ ਦੀ ਮੂਰਤੀ ਪਈ ਹੁੰਦੀ ਹੈ ਜਿਹੜੀ ਘਰਾਂ 'ਚ ਛੋਟੀ ਪਈ ਹੁੰਦੀ ਹੈ। ਉਹ ਫਿਰ ਉੱਧਰ ਨੂੰ ਹੱਥ ਕਰ ਦਿੰਦੀ ਹੈ ਉਸਦੀ ਮਾਂ, ਤੇ ਮੀਰਾ ਫਿਰ ਉਸ ਦਿਨ ਤੋਂ ਕ੍ਰਿਸ਼ਨ ਜੀ ਦੀ ਭਗਤਣੀ ਹੋ ਜਾਂਦੀ। ਤੇ ਖੁੱਲ੍ਹ ਕੇ ਕਿਹਾ ਉਹਨੇ ਵੀ ਕ੍ਰਿਸ਼ਨ ਮੇਰਾ ਪਤੀ ਹੈ। ਜਿਹਦੇ ਭਜਨ ਉਚਾਰਨੇ ਸ਼ੁਰੂ ਕਰ ਦਿੱਤੇ ਉਹਨੇ,
ਤੇ ਇੰਨੀ ਕੁ ਮਸ਼ਹੂਰ ਹੋ ਜਾਂਦੀ ਹੈ ਕਿ ਅਕਬਰ ਬਾਦਸ਼ਾਹ ਭੇਸ ਬਦਲ ਕੇ ਉਹਦੇ ਦਰਸ਼ਨਾਂ ਨੂੰ ਗਿਆ ਸੀ। ਜਦ ਫਿਰ ਉਹ ਵੱਡੀ ਹੁੰਦੀ ਹੈ ਤੇ ਬਰਾਤ ਆਉਂਦੀ ਹੈ, ਉਹਨੂੰ ਵਿਆਹਣ ਆਉਂਦੇ ਆ, ਤੇ ਉਹ ਫਿਰ ਨਾਲ ਲੈ ਜਾਂਦੀ ਹੈ ਉਸ ਮੂਰਤੀ ਨੂੰ, ਕ੍ਰਿਸ਼ਨ ਜੀ ਦੀ ਮੂਰਤੀ ਨੂੰ, ਆਪਦੇ ਸਹੁਰਿਆਂ ਨੂੰ। ਹੁਣ ਸਹੁਰੇ ਘਰ ਦੀ ਰਵਾਇਤ ਸੀ ਦੁਰਗਾ ਪੂਜਾ ਕਰਵਾਉਣੀ। ਅੱਛਾ ਜੀ। ਹਾਂਜੀ, ਉਹਨੇ ਜਵਾਬ ਦੇ ਦਿੱਤਾ, ਕਹਿੰਦੀ ਵੀ ਮੈਂ ਕ੍ਰਿਸ਼ਨ ਜੀ ਤੋਂ ਇਲਾਵਾ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ। ਤਕਰਾਰ ਹੋ ਜਾਂਦਾ ਦੋਵਾਂ ਦਾ। ਉਹਨੂੰ ਨੌਕਰਾਂ ਕੋਲ ਅਲੱਗ ਕਮਰਾ ਦਿੱਤਾ ਜਾਂਦਾ, ਖਾਣੇ 'ਚ ਜ਼ਹਿਰ ਦਿੱਤਾ ਜਾਂਦਾ ਵੀ ਮਰ ਜਾਵੇ, ਬਚ ਜਾਂਦੀ ਹੈ। ਫਿਰ ਸੱਪ ਛੱਡਿਆ ਜਾਂਦਾ, ਫਿਰ ਵੀ ਬਚ ਜਾਂਦੀ ਹੈ। ਉੱਧਰ ਉਹਦੇ ਪਤੀ ਦੀ ਇੱਕ ਜੰਗ 'ਚ ਮੌਤ ਹੋ ਜਾਂਦੀ ਹੈ। ਤੇ ਰਾਜਸਥਾਨ ਦੇ ਵਿੱਚ ਜਿਹੜੀ ਸਤੀ ਦੀ ਰਸਮ ਸੀ, ਇਹ ਪ੍ਰਚਲਿਤ ਵੀ ਬਹੁਤ ਸੀ ਤੇ ਦੇਰ ਤੱਕ ਪ੍ਰਚਲਿਤ ਰਹੀ ਹੈ ਜੀ। ਹਾਂਜੀ, ਉਹਨੂੰ ਫਿਰ ਹੁਕਮ ਹੋ ਜਾਂਦਾ ਵੀ ਤੂੰ ਆਪਦੇ ਪ੍ਰਾਣ ਤਿਆਗ ਦੇ, ਪਰ ਪਤੀ ਨਾਲ ਸਤੀ ਨਹੀਂ ਹੋ ਸਕਦੀ। ਸੋ ਬਿੰਦਰਾਬਨ ਜਾ ਕੇ ਉਹ ਨਦੀ 'ਚ ਛਾਲ ਮਾਰ ਦਿੰਦੀ ਆ ਤੇ ਪਰ ਬਚ ਜਾਂਦੀ ਹੈ, ਦੁਆਰਕਾ 'ਚ ਆਖਰੀ ਜੀਵਨ ਬਤੀਤ ਕਰਦੀ ਆ। ਔਰ ਗੁਰੂ ਸਾਹਿਬ ਫਰਮਾਉਂਦੇ ਆ ਵੀ ਹਾਂ, ਬਹੁਤ ਵੱਡੀ ਭਗਤਣੀ ਆ, ਬਹੁਤ ਵੱਡੀ ਕਵੀ ਆ, ਲੇਕਿਨ ਸਾਰੀ ਉਮਰ ਸਰਗਣ ਸਰੂਪੀ ਮੰਡਲਾਂ ਵਿੱਚ ਉਡਾਰੀਆਂ ਮਾਰਦੀ ਰਹੀ। ਹਾਂਜੀ, ਗੱਲ ਇਹ ਹੈ ਇਹ ਗੱਲ ਕਰਨ ਤੋਂ ਬਾਅਦ ਵੀ ਉਹ ਤੇ ਕਟਾ ਖਸ਼ ਵੀ ਹੈ। ਹਾਂਜੀ, ਤੇ ਇਹ ਫਿਰ ਇਹ ਵੀ ਸਾਨੂੰ ਗੱਲ ਗੁਰੂ ਗੋਬਿੰਦ ਸਿੰਘ ਜੀ ਬਾਣੀ ਚੋਂ ਵੀ ਸਮਝ ਲੱਗਦੀ ਆ। ਉਹ ਸ਼ਿਵ ਜੀ ਦੀ ਪ੍ਰਤਿਭਾ ਬਾਰੇ ਜਾਂ ਕਹਿ ਲਓ ਸ਼ਿਵਲਿੰਗ ਬਾਬਤ ਉਹ ਫਰਮਾਉਂਦੇ ਨੇ ਵੀ ਤੁਸੀਂ ਆਪ ਹੀ ਵਿਚਾਰ ਕਰਕੇ ਦੱਸੋ ਇਸ ਵਿੱਚ ਪਾਰਵਤੀ ਦਾ ਪਤੀ ਕਿੱਥੇ ਵੱਸਦਾ। ਸੋ ਕਹਿਣ ਤੋਂ ਭਾਵ, ਹੁਣ ਇਹ ਵੀ ਕੋਈ ਬ੍ਰਾਹਮਣ ਨਹੀਂ ਕਹਿ ਸਕਦਾ ਜੀ, ਤੇ ਕਹਿਣ ਤੋਂ ਭਾਵ ਇਹ ਆ ਵੀ ਜੇ ਕੋਈ ਰਾਮਚੰਦਰ ਜੀ ਦੀ ਮੂਰਤੀ ਬਣਾ ਕੇ ਕਹੇ ਵੀ ਇਹੀ ਰਾਮਚੰਦਰ ਜੀ ਨੇ, ਉੱਥੇ ਰਿਜੈਕਟਡ ਆ ਅਸੀਂ ਉਹ ਚੀਜ਼ ਨੂੰ ਰਿਜੈਕਟ ਕਰਦੇ। ਲੇਕਿਨ ਜੇ ਸਰਬ ਵਿਆਪਕ ਪਰਮਾਤਮਾ ਜਿਹੜਾ ਹਰ ਥਾਂ ਵੱਸਦਾ, ਜੇ ਤੁਸੀਂ ਉਹਨੂੰ ਪਹਿਚਾਣੋਗੇ, ਉਹਦੇ ਵਿੱਚ ਫਿਰ ਕਬੂਲੇ ਗਏ। ਹੁਣ ਭਗਤ ਨਾਮਦੇਵ ਜੀ ਜੋ ਕ੍ਰਿਸ਼ਨ ਜੀ ਬਾਬਤ ਚਾਹ ਰਿਹਾ, ਉਹ ਤੋਂ ਪਹਿਲਾਂ ਫਰਮਾਉਂਦੇ ਨੇ, ਉਹ ਵੀ ਇੱਕ ਤੁਹਾਡੀ ਕਿਤਾਬ ਵਾਲਾ ਬਹੁਤ ਵਧੀਆ, ਜਿਹਦੇ ਵਿੱਚ ਉਹ ਦਿਉਰੇ ਦੇ ਬਾਹਰ ਬਿਠਾਉਂਦੇ ਤੇ ਦਿਉਰੇ ਨੂੰ ਘੁਮਾਉਣ ਦੀ ਗੱਲ ਚੱਲਦੀ। ਹਾਂਜੀ ਹਾਂਜੀ, ਇਹਦਾ ਮਤਲਬ ਫਿਰ ਗੁਰੂ ਸਾਹਿਬ ਦੇ ਜਿਹੜਾ ਮੱਕੇ ਘੁਮਾਉਣ ਦੀ ਗੱਲ ਇਹ ਚੈਲੰਜ ਕਰਦੇ ਨੇ ਪੜ੍ਹੇ ਲਿਖੇ, ਫਿਰ ਇਹਦਾ ਮਤਲਬ ਉਹ ਗਲਤ ਨੇ। ਇਸ ਤਰ੍ਹਾਂ ਹੀ ਉਹ ਪੰਜਾ ਸਾਹਿਬ ਵੇਲੇ ਕਰਦੇ ਨੇ। ਜਿਹੜਾ ਐਕਚੁਅਲੀ ਮੱਕੇ ਦੀ ਵੀ ਜਿਹੜੀ ਗੱਲ ਹੈਗੀ ਆ ਨਾ, ਇਹ ਭਾਈ ਬਾਲਾ ਜੀ ਦੀ ਹੈਸੀਅਤ ਨੂੰ ਖਤਮ ਕਰਨ ਦਾ ਇੱਕ ਮੇਨ ਰੀਜ਼ਨ ਇਹ ਆ ਵੀ ਜੇ ਭਾਈ ਬਾਲਾ ਨੂੰ ਖਤਮ ਕਰ ਦੇਂਗੇ, ਉਹਦੀ ਜਨਮ ਸਾਖੀ ਖਤਮ ਹੋ ਜੂ, ਫਿਰ ਤੁਸੀਂ ਭਾਈ ਗੁਰਦਾਸ ਨੂੰ ਟਾਰਗੇਟ ਕਰ ਸਕੋਗੇ ਵੀ ਭਾਈ ਗੁਰਦਾਸ ਜੀ ਨੇ ਕਿੱਥੋਂ ਜਾਣਕਾਰੀ ਲਈ ਵੀ ਮੱਕਾ ਘੁਮਾਇਆ ਫਿਰਿਆ, ਮੱਕਾ ਕਲਾ ਦਿਖਾਰੀ ਭਾਈ ਗੁਰਦਾਸ ਜੀ। ਸੋ ਡੂੰਘੀਆਂ ਸਾਜ਼ਿਸ਼ਾਂ ਨੇ, ਕਿਤੇ ਨਾ ਕਿਤੇ ਦੂਜੇ ਧਰਮ ਇਨਵੋਲਵ ਹੁੰਦੇ ਨੇ ਵਿੱਚ, ਉਹਨਾਂ ਦੀਆਂ ਆਪਣੀਆਂ ਗੇਮਾਂ ਹੁੰਦੀਆਂ। ਗੱਲ ਤਾਂ ਹੈਗੀ ਹੈ, ਤੁਹਾਨੂੰ ਆਪ ਨੂੰ ਸਮਝਦਾਰ ਬਣਨਾ ਪੈਂਦਾ। ਹਾਂਜੀ, ਜਿਹੜੀ ਉਹ ਸਮਝਾਇਓ ਜੀ, ਆ ਵੀ ਜਿਹੜੀ ਤੁਹਾਡੀ ਕਿਤਾਬ ਦੇ ਵਿੱਚ ਨਾਮਦੇਵ ਜੀ ਦੀ ਜਦ ਪਾਠ ਕਰਦਿਆਂ ਨੂੰ ਉਹਨਾਂ ਨੂੰ ਮੰਦਿਰ ਚੋਂ ਬਾਹਰ ਕੱਢ ਦਿੰਦੇ। ਹਾਂਜੀ, ਵੀ ਉਹ ਕਹਿੰਦੇ ਨੇ ਫਿਰ ਉਹ ਦਿਉਰੇ ਵਾਲੀ ਆਪਾਂ ਪੜ੍ਹਦੇ ਬਹੁਤ ਹਾਂ, ਪਰ ਉਹ ਕਿਸੇ ਨੂੰ ਇਹ ਨਹੀਂ ਪਤਾ ਉਹ ਕੀ ਕਹਿ ਰਹੇ ਨੇ। ਮੈਂ ਤੁਹਾਡੀ ਕਿਤਾਬ ਤੋਂ ਪੜ੍ਹ ਕੇ ਪਤਾ ਲੱਗਿਆ ਵੀ ਉਹਦਾ ਮਤਲਬ ਕੀ। ਹਾਂਜੀ, ਉਹ ਫਿਰ ਲੈ ਚਲੀਏ ਕੰਬਲੀ ਚਲਿਓ ਪਲਟਾਏ ਜਦੋਂ ਕੱਢ ਦਿੰਦੇ ਬਾਹਰ, ਦੇਹਰੇ ਪਾਛੇ ਬੈਠਾ ਜਾਏ, ਜਿਉਂ-ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕਾ ਦੇਹਰਾ ਫਿਰੇ। ਉਹਨਾਂ ਦਾ ਮੰਦਿਰ ਘੁੰਮ ਜਾਂਦਾ। ਇਹ ਸਬੂਤ ਅੱਜ ਵੀ ਪਿਆ ਜੀ ਉੱਥੇ। ਜੇ ਤੁਸੀਂ ਜਾ ਕੇ ਦੇਖੋ, ਚੜ੍ਹਦੀ ਵੱਲ ਨੂੰ ਹੁੰਦੇ ਨੇ ਮੰਦਿਰ, ਉਹਨਾਂ ਦਾ ਮੂੰਹ, ਉਹ ਮੰਦਿਰ ਲਹਿੰਦੀ ਵੱਲ ਨੂੰ ਆ। ਸੇਮ ਸੇਖੋ ਸਾਹਿਬ, ਹੁਣ ਗਗਨ ਦਵਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮੰਡਿਓ ਸੂਰਮਾ, ਅਬ ਜੂਜਨ ਕਾ, ਉਹਨੂੰ ਅਸੀਂ ਪੜ੍ਹੀ ਜਾਂਦੇ ਹਾਂ। ਉਹਦੇ 'ਚ ਸਾਨੂੰ ਮੈਂ ਪਤਾ ਕੀ ਮਹਿਸੂਸ ਕਰਦਾ ਵੀ ਜੰਗ ਲੱਗਣ ਲੱਗੀ ਆ, ਧੌਂਸਿਆਂ ਤੇ ਹੋ ਗਿਆ ਤੇ ਕੂਚ ਹੋ ਰਿਹਾ। ਪਰ ਉਹ ਜਿਹੜਾ ਤੁਸੀਂ ਉਹਦਾ ਦੱਸ ਰਹੇ ਹੋ, ਸੂਰਾ 195 ਜੋ ਲਰੇ ਦੀਨ ਕੇ ਹੇਤ, ਤੁਹਾਡੇ ਜਿਹੜੇ ਅਰਥ ਨੇ ਉਹ ਅਰਥ ਹੀ ਹੋਰ ਨੇ, ਅਸੀਂ ਹੋਰ ਸਮਝ ਰਹੇ। ਇਹਦਾ ਮਤਲਬ ਇਹ ਵੱਡੀ ਪ੍ਰੋਬਲਮ ਦੇਖੋ, ਅਸੀਂ ਪੜ੍ਹਿਆ ਨਹੀਂ। ਤੁਹਾਨੂੰ ਮੈਂ ਹੋਰ ਦੱਸ ਦਿੰਦਾ, ਸਾਡੇ ਆਪਾਂ ਕਹਿ ਦਿੰਦੇ ਆ ਵੀ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਇਹ ਗੁਰੂ ਸਾਹਿਬ ਦੀ ਰਚਨਾ ਨਹੀਂ ਹੈਗੀ, ਕਿਸੇ ਵੀ ਗੁਰੂ ਸਾਹਿਬ ਦੀ। ਤੇ ਪੁਰਾਤਨ ਜਥੇਬੰਦੀਆਂ ਤੋਂ ਪਤਾ ਲੱਗਦਾ ਵੀ ਇਹ ਪੁਰਾਤਨ ਸਮੇਂ ਦੇ ਵਿੱਚ ਰਾਜਿਆਂ ਨੂੰ ਵਿਦਿਆ ਸਿਖਾਈ ਜਾਂਦੀ ਸੀਗੀ ਵੀ ਰਾਜਨ, ਤੇਰਾ ਧਰਮ ਆਹ ਆ ਵੀ ਤੂੰ ਪਰਜਾ ਦੀ ਰੱਖਿਆ ਕਰਨੀ ਹੈ, ਤੂੰ ਪਰਜਾ ਨਾਲ ਆਹ ਤਰੀਕੇ ਵਿਚਰਨਾ। ਉਹ 'ਚ ਸਿਖਾਇਆ ਜਾਂਦਾ ਸੀ ਧਰਮ ਬਿਨਾਂ ਨਾ ਰਾਜ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਹਾਂਜੀ, ਸੋ ਉਹਨੂੰ ਚੱਕ ਕੇ ਰਾਜ ਭਾਗ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ। ਰਿਐਲਿਟੀ 'ਚ ਜਿਹੜਾ ਆਪਾਂ ਅਰਦਾਸ ਪ੍ਰੰਤ ਪੜ੍ਹਦੇ ਹਾਂ, ਜਿਹੜਾ ਦੋਹਰਾ ਆਪਾਂ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਉਹ ਵੀ ਮਤਲਬ ਹੋਰ ਨੇ ਜੀ। ਜਿਹੜੇ 1.25 ਲੱਖ ਸੇ ਏਕ ਲੜਾਊਂ ਚੜ੍ਹੇ, 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਜਦੋਂ ਇਹ ਮੈਨੂੰ ਗੁਰੂ ਸਾਹਿਬ ਦੇ ਗ੍ਰੰਥ 'ਚੋਂ ਨਹੀਂ ਮਿਲਿਆ, ਫਿਰ ਮੈਨੂੰ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ 'ਚੋਂ ਮਿਲ ਗਿਆ ਵੀ 1.25 ਲੱਖ ਸੇ ਏਕ ਲੜਾਊਂ ਘਰ ਘਰ ਵਿੱਚ ਅਕਾਲ ਜਪਾਊਂ। ਇੱਥੋਂ ਫਿਰ ਮੈਂ ਸਮਝ ਗਿਆ ਵੀ ਸਿੱਖਾਂ ਨੇ ਗੁਰੂ ਸਾਹਿਬਾਂ ਨੂੰ ਪਰਖਿਆ ਆਪਣੇ ਆਪਣੇ ਤਰੀਕੇ ਨਾਲ। ਕਿਸੇ ਨੇ ਜਿਹੋ ਜਿਹੇ ਸਿੰਘ ਸਾਜੇ ਸੀ ਉਹ ਪਰਖਿਆ, ਕਿਸੇ ਨੇ ਪਰਖਿਆ ਵੀ ਜਿਹੜਾ ਉਹਨਾਂ ਨੇ ਨਾਮ ਜਪਵਾਇਆ ਪਰਮਾਤਮਾ ਦਾ। ਹੁਣ ਇਹ ਸਾਰੀ ਸਾਨੂੰ ਖੇਡ ਜਿਹੜੀ ਆ, ਇਹ ਪਤਾ ਭਾਈ ਨੰਦ ਲਾਲ ਜੀ ਦੇ ਵਿੱਚੋਂ ਲੱਗਦਾ, ਤਨਖਾਹਨਾਮੇ ਦੇ ਵਿੱਚੋਂ। ਭਾਈ ਨੰਦ ਲਾਲ ਜੀ ਫਰਮਾਉਂਦੇ ਨੇ 1.25 ਲੱਖ ਸੇ ਏਕ ਲੜਾਊਂ ਚੜੇ ਸਿੰਘ ਤੇ ਸਮੁਕਤ ਕਰਾਊਂ। ਹੁਣ ਸਿੰਘ ਸ਼ੇਰ ਹੁੰਦਾ, ਸ਼ੇਰ ਤੇ ਦੁਰਗਾ ਸਵਾਰ ਹੁੰਦੀ ਹੈ। ਹਾਂਜੀ, ਦੁਰਗਾ ਕੀ ਹੈ, ਉਹਦੇ ਕਨਸੈਪਟ ਵੀ ਬਹੁਤ ਡੂੰਘੇ ਜਾਂਦੇ ਆ।
ਸੋ ਉਹਦੇ ਵਿੱਚ ਭਾਈ ਨੰਦ ਲਾਲ ਜੀ ਫਰਮਾਉਂਦੇ ਨੇ ਕਿ ਖਾਲਸਾ ਸੂਈ ਜੋ ਚੜ੍ਹੇ ਤੁਰੰਗ, ਖਾਲਸਾ ਸੂਈ ਜੋ ਕਰੇ ਨਿਤ ਜੰਗ। ਖਾਲਸਾ ਉਹ ਆ ਜਿਹੜਾ ਹਰ ਰੋਜ਼ ਘੋੜਸਵਾਰ ਹੁੰਦਾ ਤੇ ਜੰਗ ਕਰਦਾ। ਹੁਣ ਜੇ ਦੁਨਿਆਵੀ ਜੰਗ ਦੀ ਗੱਲ ਹੋਵੇ ਤਾਂ ਅਸੀਂ ਘੋੜਸਵਾਰ ਹੋ ਕੇ ਇੱਕ ਇਲਾਕਾ ਜਿੱਤ ਲਾਂਗੇ, ਵਾਪਸ ਆਵਾਂਗੇ, ਪੰਕਤੀਆਂ ਫਿਰ ਇਹੀ ਗੱਲ ਕਹਿਣਗੀਆਂ। ਕਰਦੇ ਕਰਦੇ ਸਾਰੀ ਦੁਨੀਆ ਜਿੱਤ ਜਾਂਗੀ, ਜਦੋਂ ਫਿਰ ਵਾਪਸ ਆਵਾਂਗੇ ਪੰਕਤੀਆਂ ਫਿਰ ਇਹੀ ਗੱਲ ਕਹਿਣਗੀਆਂ। ਲੇਕਿਨ ਦੂਸਰੇ ਪਾਸੇ ਇਹ 'ਚ ਇਹ ਵੀ ਆਉਂਦਾ, ਖਲਕ ਖਾਲਕ ਕੀ ਜਾਣ ਕੇ ਖਲਕ ਦੁਖਾਵੇ ਨਾ ਹੈ, ਖਲਕ ਦੁਖੇ ਨੰਦ ਲਾਲ ਜੀ ਖਾਲਕ ਕੋ ਪੈਤਾ ਹੈ। ਖਲਕ ਹੈ ਲੁਕਾਈ, ਖਾਲਕ ਹੈ ਉਸ ਦਾ ਮਾਲਕ ਪਰਮਾਤਮਾ। ਉਹ ਕਹਿੰਦੇ ਵੀ ਇਹਨੂੰ ਲੁਕਾਈ ਨੂੰ ਪਰਮਾਤਮਾ ਦੀ ਜਾਣ ਕੇ ਦੁਖੀ ਨਾ ਕਰੋ। ਹਾਂਜੀ, ਅਤੇ ਜਦੋਂ ਇਹਨੂੰ ਦੁਖੀ ਕਰਦੇ ਹੋ ਤਾਂ ਪਰਮਾਤਮਾ ਕ੍ਰੋਧਵਾਨ ਹੁੰਦਾ। ਹਾਂਜੀ, ਫਿਰ ਅੱਗੇ ਜਾ ਕੇ ਸਾਨੂੰ ਆਉਂਦਾ, ਸਵਾ ਲਾਖ ਜਬ ਧੁਖੇ ਪਲੀਤਾ। ਪਲੀਤਾ ਹੁੰਦੀਆਂ ਚੰਗਿਆੜੀਆਂ, ਭਾਵ ਲਾਲਸਾਵਾਂ, ਕਾਮ, ਕ੍ਰੋਧ, ਲੋਭ, ਹੰਕਾਰ ਅਧੀਨ ਜਿਹੜੀਆਂ ਸਾਡੇ ਅੰਦਰ ਲਾਲਸਾਵਾਂ ਉੱਠਦੀਆਂ ਨੇ, ਜਦ ਉਹ ਖਤਮ ਹੋ ਜਾਂਦੀਆਂ ਸਾਡੇ ਅੰਦਰੋਂ, ਫਿਰ ਤਬ ਖਾਲਸਾ ਉਹਦੇ ਅਸਤਲੋ ਜੀਤਾ। ਅਸਤਲੋ ਗਿਆਨ ਖੜਗ ਲੈ ਕੇ ਆਪਦਾ ਗਿਆਨ ਹਾਸਲ ਕਰਕੇ ਖਾਲਸਾ ਫਿਰ ਉਜਾਗਰ ਹੁੰਦਾ। ਫਿਰ ਆਉਂਦਾ ਰਾਜ ਕਰੇਗਾ ਖਾਲਸਾ। ਹੁਣ ਆਪਾਂ ਕਰੇਗਾ ਕਹਿ ਦਿੰਦੇ ਹਾਂ, ਲੇਕਿਨ ਉਹ ਸ਼ਬਦ ਦੋ ਨੇ, ਕਰੇ ਤੇ ਗਾਹ। ਕਰੇ ਹੈ ਕਰਨਾ, ਗਾਹ ਹੈ ਪਕੜਨਾ। ਪਕੜਨਾ ਕਿਸੇ ਨੂੰ ਮਨ ਨੂੰ। ਰਾਜ ਕਰੇ ਗਾਹ ਖਾਲਸਾ। ਖਾਲਸਾ ਮੱਤ ਤੁਹਾਡੇ ਮਨ ਨੂੰ ਪਕੜ ਕੇ ਫਿਰ ਮਨ 'ਤੇ ਰਾਜ ਕਰਦੀ ਹੈ। ਆਕੀ ਰਹੇ ਨਾ ਕੋਈ, ਜਿਹੜੇ ਕਾਮ, ਕ੍ਰੋਧ, ਲੋਭ, ਮੋਹ ਦੇ ਜੋ ਨਵੇਂ ਪੈਦਾ ਹੁੰਦੇ ਆ, ਇਹ ਆਕੀ ਰਹੇ ਨਾ ਕੋਈ, ਖੁਆਰ ਹੋਏ ਸਾਹਮਣ, ਇਹ ਸਾਰੇ ਖੁਆਰ ਹੋਏ ਮਿਲਣਗੇ। ਬਚੇ ਸ਼ਰਨ ਜੋ ਹੋ, ਉਹ ਤੁਹਾਡੀ ਜਿਹੜੀ ਪਰਮਾਤਮਾ ਪ੍ਰਤੀ ਜਿਹੜੀ ਸ਼ਰਧਾ ਭਾਵਨਾ ਜਿਹੜੀ ਉਹ ਬਚਦੀ ਆ। ਫਿਰ ਕਿਉਂਕਿ ਅਸੀਂ ਤਾਂ ਆਪਣੇ ਤੌਰ ਤੇ ਕਿਉਂਕਿ ਮੈਨੂੰ ਇਹ ਵਧੀਆ ਲੱਗਦਾ, ਮੈਂ ਉਹਨੂੰ ਬਸ ਹਰ ਵਾਰ ਜੰਗਜੂ ਸੁਭਾਅ ਦੇ ਨਾਲ ਵੀ ਇਹ ਠੀਕ ਆ ਬਸ। ਹਾਂਜੀ, ਨਹੀਂ, ਇਹ ਜੰਗਾਂ ਸਾਨੂੰ 3 ਤਰ੍ਹਾਂ ਦੀਆਂ ਮਿਲਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰੰਥ 'ਚੋਂ। ਆਦਿ ਗੁਰੂ ਗ੍ਰੰਥ 'ਚੋਂ ਕੇਵਲ ਇੱਕ ਕਿਸਮ ਦੀ ਜੰਗ ਮਿਲਦੀ ਸਾਨੂੰ। ਉਹ ਇੱਕ ਤਾਂ ਜੰਗ ਹੈਗੀ ਆ ਦੁਨਿਆਵੀ ਜੰਗਾਂ, ਜਦੋਂ ਭਗਾਣੀ ਦੀ ਜੰਗ, ਉਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਫਰਮਾਉਂਦੇ ਨੇ। ਠੀਕ ਹੈ ਜੀ। ਇੱਕ ਹੋਰ ਜੰਗ ਆ, ਉਹ ਵੀ ਚਰਿਤਰੋਪਾਖਿਆਂ 'ਚ ਮੈਂ ਤੁਹਾਨੂੰ ਦੱਸਦਾ ਕਹਾਣੀ ਵੀ ਪੰਜਾਬ ਦੀ ਇੱਕ ਔਰਤ ਹੁੰਦੀ ਆ, ਉਹਦਾ ਪਤੀ ਪ੍ਰਦੇਸ਼ ਚਲਾ ਜਾਂਦਾ, ਅਤੇ ਉਹ ਫਿਰ ਜਦੋਂ ਅਸਫਲ ਹੋ ਜਾਂਦੀ ਆ ਉਹਨੂੰ ਵਾਪਸ ਬੁਲਾਉਣ ਲਈ, ਉਹਨੂੰ ਵਾਪਸ ਲਿਆਉਣ ਲਈ ਉਹ ਆਪਦਾ ਸਮਾਨ ਇਕੱਠਾ ਕਰਦੀ ਆ, ਘਰ ਦਾ ਤੁਰ ਪੈਂਦੀ ਆ। ਰਾਹ ਦੇ ਵਿੱਚ ਉਹਨੂੰ ਚੰਦਰਭਾਨ ਜੱਟ ਦਾ ਟੋਲਾ ਟੱਕਰ ਜਾਂਦਾ, ਉਹਦਾ ਸਭ ਕੁਝ ਲੁੱਟ ਲੈਂਦਾ। ਉਹ ਜਦੋਂ ਤੁਰਨ ਲੱਗਦੇ ਆ ਲੁੱਟ ਕੇ, ਉਹ ਫਿਰ ਉਹਨਾਂ ਨੂੰ ਕਹਿੰਦੀ ਹੈ ਵੀ ਭਾਈਓ ਹੁਣ ਇਲਾਕਾ ਛੱਡ ਦਿਓ, ਜਦੋਂ ਮੇਰੇ ਪਤੀ ਨੂੰ ਪਤਾ ਲੱਗਣਾ ਉਹਨੇ ਘੋੜੇ ਵੀ ਖੋਹ ਲੈਣੇ ਤੁਹਾਤੋਂ। ਅਤੇ ਉਹ ਕਹਿੰਦੇ ਜਾਹਲ ਔਰਤ, ਉਹ ਇਕੱਲਾ ਕੀ ਸਾਡਾ ਵਿਗਾੜ ਲੂਗਾ। ਜਦੋਂ ਚਲੇ ਜਾਂਦੇ ਆ ਤਾਂ ਉਹ ਮਰਦ ਦਾ ਰੂਪ ਧਾਰਨ ਕਰਦੀ ਆ, ਘੋੜ ਸਵਾਰ ਹੁੰਦੀ ਆ। ਹਾਂਜੀ, ਅਤੇ ਘੋੜ ਜਾ ਕੇ ਉਹਨਾਂ ਨੂੰ ਲਲਕਾਰ ਦਿੰਦੀ ਆ। ਉਹ ਹੁਣ ਬੰਦਾ ਇਹਦਾ ਰੂਪ ਦੇਖ ਰਹੇ ਨੇ। ਫਿਰ ਉਹ ਧੜੀਆਂ ਗਾਲਾਂ ਦਿੰਦੇ ਨੇ ਉਹਨੂੰ, ਚਲਾ ਜਾ ਤਾਂ ਤੂੰ ਸਹਿਸ ਸਵਾਰਾਂ ਦਾ ਕੀ ਕਰ ਲਏਗਾ। ਫਿਰ ਉਹ ਘੋੜਾ ਭਜਾਉਂਦੀ ਆ, ਆਪਦੇ ਤੀਰ ਲੱਗਣ ਨਹੀਂ ਦਿੰਦੀ, ਅਤੇ ਜਦੋਂ ਤੀਰ ਮਾਰਦੀ ਆ 20 ਘੋੜਿਆਂ 'ਚ ਹੀ ਕੱਢ ਦਿੰਦੀ ਆ, ਕਦੇ 30 'ਚ ਹੀ ਕੱਢ ਦਿੰਦੀ ਆ। ਉਹ ਸਾਰੇ ਇਹਨੂੰ ਖਤਮ ਕਰ ਦਿੰਦੀ ਆ। ਚੰਦਰਭਾਨ ਜੱਟ ਨੂੰ ਮਾਰਦੀ ਨਹੀਂ, ਉਹਨੂੰ ਆਪਦਾ ਚੇਲਾ ਬਣਾ ਲੈਂਦੀ ਆ। ਫਿਰ ਉਹ ਕਹਿੰਦੀ ਹੈ ਸਾਰਿਆਂ ਤੋਂ ਵਾਪਸ ਗਠੜੀਆਂ ਉੱਥੇ ਰਖਵਾਉਂਦੀ ਹੈ, ਅਤੇ ਉਹਨਾਂ ਨੂੰ ਗਲਤ ਕੰਮ 'ਤੇ ਆ ਕੇ ਰਾਮ ਨਾਮ ਦੇ ਅਨੁਰਾਗੀ ਬਣਾ ਲੈਂਦੀ ਹੈ। ਹਾਂਜੀ, ਹੁਣ ਇੱਥੇ ਦੇਖਣ ਵਾਲੀ ਗੱਲ ਨਹੀਂ ਵੀ ਮੈਜੋਰਟੀ ਤਾਂ ਉਹਨੇ ਮਾਰਤੇ ਸੀ, ਇਕੱਲਾ ਚੰਦਰਭਾਨ ਜੱਟ ਰੱਖਿਆ ਸੀ। ਹਾਂਜੀ, ਅਤੇ ਪਰ ਬਾਅਦ 'ਚ ਸਾਰੇ ਗਠੜੀਆਂ ਜਾ ਕੇ ਰੱਖ ਰਹੇ ਨੇ। ਇਹਦਾ ਮਤਲਬ ਜੰਗ ਮੈਦਾਨੇ ਜੰਗ ਨਹੀਂ ਹੈਗੀ। ਰਿਐਲਿਟੀ ਦੇ ਵਿੱਚ ਇਹ ਵਿਚਾਰ ਚਰਚਾ ਦੀ ਜੰਗ ਆ। ਉਹਨੂੰ ਜਦੋਂ ਲੁੱਟ ਕੇ ਤੁਰਦੇ ਆ, ਹੁਣ ਪਹਿਲੀ ਗੱਲ ਤਾਂ ਨਾਰੀ ਸ਼ਕਤੀ ਇਹ 'ਚ ਉਭਾਰੀ ਹੋਈ ਆ। ਨਾਰੀ ਸ਼ਕਤੀ ਬਹੁਤ ਉਭਾਰੀ ਗੁਰੂ ਸਾਹਿਬ ਨੇ, ਹੈ ਨਾ। ਅਤੇ ਵਿਰੋਧੀ ਕਹਿੰਦੇ ਨੇ ਵੀ ਇਹ 'ਚ ਨਾਰੀ ਦੀ ਬੇਇੱਜ਼ਤੀ ਕੀਤੀ ਗਈ ਆ। ਮੈਨੂੰ ਇਹ ਆ ਵੀ ਜੇ ਪਹਿਲੇ ਪਾਤਸ਼ਾਹ ਨਾਰੀ ਦੀ ਇੱਜ਼ਤ ਦੇ ਰਹੇ ਨੇ, ਦਸਵੀਂ ਜਿਹੜਾ ਰੂਪ ਹੈ, 10ਵੀਂ ਜੋਤ ਹੈ, ਉਹ ਕਿਵੇਂ ਬੇਇੱਜ਼ਤੀ ਕਰ ਸਕਦੇ ਨੇ? ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਾ ਦਾ ਨਾਰਾ ਆ ਔਰਤ ਲਈ। ਇੱਥੇ ਤਾਂ ਔਰਤ ਨੂੰ ਮਰਦ ਤੋਂ ਉੱਤਮ ਦਿਖਾਤਾ ਚੱਕ ਕੇ। ਹੁਣ ਆਹ ਇਕੱਲੀ ਔਰਤ ਆ ਜਿਹੜੀ ਇਹਨਾਂ ਨੂੰ ਹਰਾ ਗਈ ਆ। ਹਾਂਜੀ, ਹਕੀਕਤ ਦੇ ਵਿੱਚ ਅਸੀਂ ਫੇਰ ਦੇਖਣਾ ਹੁੰਦਾ ਆਤਮਾਵਾਂ ਜਾਂ ਕੁਛ। ਇੱਥੇ ਜਿਹੜੀ ਔਰਤ ਹੈਗੀ ਔਰਤ ਹੈ, ਲੇਕਿਨ ਉਹ ਜਦੋਂ ਤੁਰਨ ਲੱਗਦੇ ਉਹ ਦੇਖ ਲੈਂਦੀ ਆ ਵੀ ਮੈਨੂੰ ਡਾਕੂਆਂ ਨੇ ਲੁੱਟ ਤਾਂ ਲਿਆ, ਪਰ ਮੇਰੀ ਇੱਜ਼ਤ ਨੂੰ ਹੱਥ ਨਹੀਂ ਪਾਇਆ ਕੁਛ ਵੀ। ਤਾਂ ਹੀ ਉਹਨਾਂ ਨੂੰ ਫਿਰ ਭਰਾ ਕਹਿ ਕੇ ਬੁਲਾਉਂਦੀ ਆ। ਹਾਂਜੀ, ਅਤੇ ਫਿਰ ਉਹ ਦੇਖ ਲੈ ਬੰਦੇ ਤਾਂ ਚੰਗੇ ਨੇ, ਗਲਤ ਰਸਤੇ ਤੁਰ ਪਏ। ਫਿਰ ਜਿਹੜੀ ਜੰਗ ਐਕਚੁਅਲੀ ਵਿਚਾਰਾਂ ਦੀ ਜੰਗ ਆ, ਇੱਕ ਤੀਰ ਨੇ 20 ਘੋੜਿਆਂ 'ਚ ਜਾਂ 30 ਇਨਸਾਨਾਂ ਵਿੱਚ ਦੀ ਨਹੀਂ ਨਿਕਲਣਾ, ਇੱਕ ਬੋਲ ਨੇ ਨਿਕਲਣਾ। ਹਾਂਜੀ, ਇਹੀ ਸਾਨੂੰ ਇਹਦੇ ਤੇ ਹੀ ਫਿਰ ਕਰਦੇ ਨੇ ਵੀ ਇੱਕ ਤੀਰ ਐ ਲੰਘ ਨਹੀਂ ਸਕਦਾ, ਇਹ ਘੇਰਿਆ ਜਾਂਦਾ ਨਾ। ਫਿਰ ਇਹ ਤਾਂ ਫਿਰ ਮਤਲਬ ਜਿਸ ਤਰ੍ਹਾਂ ਸੋਚਣੀ ਤੇ ਬਚਪਨੇ ਤੇ ਹੁੰਦੀ ਆ, ਬਚਪਨੇ ਤੇ ਉਹ ਵੀ ਥੱਲੇ ਅਸੀਂ ਕਹਿ ਸਕਦੇ ਹਾਂ ਵੀ ਜਦੋਂ ਗੱਲ ਕਰਦੇ ਨਾ ਆਪਦੀ ਅਕਲ ਦਾ ਜਨਾਜ਼ਾ ਆਪ ਹੀ ਕੱਢਦੇ ਆ। ਅੱਛਾ, ਤੀਜੀ ਜੰਗ ਕਿਹੜੀ ਹੈ ਜੀ? ਫਿਰ ਤੀਸਰੀ ਜੰਗ ਫਿਰ ਅੰਦਰ ਦੀ ਜੰਗ ਹੈ ਜੀ। ਹਾਂਜੀ, ਉਹ ਜਿਹੜਾ ਗਗਨਦਮਾਮਾ ਬਾਜਿਓ ਜੰਗ, ਉਹ ਤੁਹਾਡੇ ਸਾਰੀਆਂ ਤੁਹਾਡੇ ਰਾਜ ਕਰੇਗਾ ਖਾਸ, ਸਾਰੀਆਂ ਤੁਹਾਡੇ ਅੰਦਰ ਦੀਆਂ ਜੰਗਾਂ ਨੇ। ਉਹ ਹਕੀਕਤ 'ਚ ਸਭ ਤੋਂ ਪਹਿਲਾਂ ਇਨਸਾਨ ਨੂੰ ਆਹ ਜੰਗ ਲੜਨ ਦੀ ਜ਼ਰੂਰਤ ਚਾਹੀਦੀ ਆ। ਅਦਰਵਾਈਜ਼ ਨਾ ਤਾਂ ਤੁਸੀਂ ਵਧੀਆ ਫਾਲੋਅਰ ਬਣ ਸਕਦੇ ਹੋ, ਨਾ ਤੁਸੀਂ ਵਧੀਆ ਲੀਡਰ ਬਣ ਸਕਦੇ ਹੋ। ਜਿਹੜੀ ਸਾਡੇ ਕੌਮ ਦੇ ਵਿੱਚ ਜਿਹੜੀ ਅੱਜ ਖਿੱਚਾ ਧੋਈ ਆ, ਸਾਡੀਆਂ ਲੜਾਈਆਂ ਗੋਲਕਾਂ ਪਿੱਛੇ ਚੱਲਦੀਆਂ ਨੇ, ਇਹ ਸਾਡੀ ਜਿਹੜੀ ਹੋਰੀ ਕੋਈ ਬਿਰਤੀ ਆ, ਇਹ ਸਿੱਖ ਬਿਰਤੀ ਨਹੀਂ ਹੈਗੀ। ਗੁਰੂ ਸਾਹਿਬ ਨੇ ਰਾਜ ਭਾਗ ਬਖਸ਼ਣਾ ਸੀ, ਉਹਦੇ ਲਈ ਗਿਆਨਵਾਨ ਕੀਤਾ,
ਲੇਕਿਨ ਮੰਗ ਧਰਮ ਦੀ ਰਾਜ ਨਹੀਂ ਹੈ, ਕਿਉਂਕਿ ਜਿਹੜਾ ਰਾਜ ਹੁੰਦਾ ਉਹਦੀ ਸੀਮਾ ਹੁੰਦੀ ਹੈ। ਧਰਮ ਦੀ ਕੋਈ ਸੀਮਾ ਨਹੀਂ ਹੁੰਦੀ। ਧਰਮ ਤਾਂ ਤੁਸੀਂ ਅੱਜ ਅਸੀਂ ਕੈਨੇਡਾ ਆ ਗਏ, ਧਰਮ ਸਾਡੇ ਇੱਥੇ ਵੀ ਨਾਲ ਲੈ ਆਏ ਅਸੀਂ। ਕੱਲ ਨੂੰ ਅਸੀਂ ਹੋਰ ਗ੍ਰਹਿ ਤੇ ਚੱਲ ਜਾਵਾਂਗੇ, ਧਰਮ ਤਾਂ ਸਾਡਾ ਉੱਥੇ ਵੀ ਹੈਗਾ। ਮੈਂ ਸਿੱਖ ਦੇ ਤੌਰ ਤੇ ਜਾਣਾ, ਇਸ ਤਰ੍ਹਾਂ ਹੀ ਰਹਿਣਾ ਮੈਂ। ਹਾਂਜੀ ਹਾਂਜੀ। ਸੋ ਇਹ ਧਰਮ ਨੂੰ ਥੱਲੇ ਸੁੱਟ ਦਿੱਤਾ ਇਹਨਾਂ ਨੇ, ਰਾਜ ਨੂੰ ਉਭਾਰ ਦਿੱਤਾ। ਹਾਂਜੀ। ਅੱਛਾ ਸੇਖੋ ਸਾਹਿਬ, ਅਕਸਰ ਇਹ ਕਹਿੰਦੇ ਨੇ, ਸਿਆਣੇ ਕਹਿੰਦੇ ਨੇ, ਸਾਨੂੰ ਕਥਾਵਾਨ ਕਹਿ ਰਿਹਾ ਗੁਰੂ ਸਾਹਿਬ ਦੀ ਹਜ਼ੂਰੀ ਬੈਠਾ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਿਨਾਂ ਤੁਸੀਂ ਜਿਉ ਨਹੀਂ ਸਕਦੇ, ਪਰ ਇੱਕ ਲੈਵਲ 'ਚ ਉਹਨੂੰ ਜਿਉਣਾ। ਹਾਂਜੀ। ਲੋਭ, ਮੋਹ, ਹੰਕਾਰ ਦੀ, ਕ੍ਰੋਧ ਦੀ ਗੱਲ ਹੁੰਦੀ ਆ, ਪਰ ਕਾਮ ਦੀ ਗੱਲ ਹੁੰਦੇ ਬੰਦਾ ਇਕੱਠਾ ਹੋ ਜਾਂਦਾ। ਇਹਦੇ 'ਚ ਹੁਣ ਸਿਰਫ ਮੇਰੇ ਖਿਆਲ ਇਸ ਗੱਲ ਦੀ ਬਹੁਤ ਵੱਡੀ ਵਿਰੋਧਤਾ ਆ ਵੀ ਦਸਮ ਗ੍ਰੰਥ 'ਚ ਕਾਮ 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 ਦੀ ਗੱਲ ਕੀਤੀ ਜਾਵੇ। ਇਹਦਾ ਓਰੀਜਨ ਕੀ ਆ? ਜਿਹੜਾ ਕੋਈ ਚਰਿੱਤਰ, ਤੁਸੀਂ ਜਦੋਂ ਚਰਿੱਤਰ ਪਾਖਣ ਦੀ ਗੱਲ ਕਰਨੀ ਹੈ, ਪਹਿਲੀ ਗੱਲ ਤਾਂ ਹਰ ਗੱਲ ਤਰਤੀਬਵਾਰ ਚੱਲਣਾ ਪਊ ਤੁਹਾਨੂੰ। ਹਾਂਜੀ। ਹਰੇਕ ਕਹਾਣੀ ਇਹ ਨਹੀਂ ਵੀ ਤੁਸੀਂ ਵਿੱਚੋਂ ਕੋਈ ਪੰਗਤੀ ਚੱਕ ਲਓਗੇ। ਫਿਰ ਜਿਹੜੇ ਧਰਮ ਹੁੰਦੇ ਆ ਨਾ, ਜਿਹੜੇ ਗ੍ਰਸਤ ਜੀਵਨ ਦੀ ਪ੍ਰੋੜਤਾ ਕਰਦੇ ਆ, ਉਹ ਗ੍ਰਸਤ ਜੀਵਨ ਦੀ ਸਿੱਖਿਆ ਦਿੰਦੇ ਆ। ਕੁਰਾਨ ਸ਼ਰੀਫ ਦੇ ਵਿੱਚ ਯੂਸਫ ਤੇ ਜ਼ੁਲੈਖਾ ਦੀ ਕਹਾਣੀ ਦਰਜ ਆ। ਯੂਸਫ ਯੰਗ ਉਮਰ 'ਚ ਜਦੋਂ ਹੁੰਦਾ, ਸ਼ਾਇਦ 10-11 ਸਾਲਾਂ ਦਾ, ਬਹੁਤ ਸੁੰਦਰ ਸਰੂਪ ਵਾਲਾ ਹੁੰਦਾ। ਉਹਦੇ ਭਰਾ ਉਹ ਨਾਲ ਜੈਲਸ ਕਰਦੇ ਹੁੰਦੇ ਆ। ਸ਼ਿਕਾਰ ਖੇਡਣ ਦੇ ਬਹਾਨੇ ਉਹਨੂੰ ਲੈ ਜਾਂਦੇ ਆ ਤੇ ਉਹਨੂੰ ਮਾਰਨ ਲਈ ਖੂਹ 'ਚ ਧੱਕਾ ਦੇ ਦਿੰਦੇ ਆ। ਆ ਕੇ ਕਹਿ ਦਿੰਦੇ ਆ ਵੀ ਜੰਗਲੀ ਜਾਨਵਰ ਨੇ ਖਾ ਲਿਆ ਉਹਨੂੰ। ਉੱਥੋਂ ਕੋਈ ਉਹਨੂੰ ਵਿਅਕਤੀ ਕੱਢ ਕੇ ਲੈ ਜਾਂਦਾ ਤੇ ਜ਼ੁਲੈਖਾ ਉਹਨੂੰ ਬਹੁਤ ਸਾਰਾ ਮੁੱਲ ਦੇ ਕੇ ਖਰੀਦ ਲੈਂਦੀ ਆ, ਉਹਨੂੰ ਪਾਲਦੀ ਆ। ਜਦੋਂ ਵੱਡਾ ਹੁੰਦਾ ਫਿਰ ਉਹਨੂੰ ਕਹਿੰਦੀ ਆ ਮੇਰੇ ਨਾਲ ਸੰਬੰਧ ਬਣਾ। ਫਿਰ ਉਹ ਜਵਾਬ ਦਿੰਦਾ, ਦੋਵਾਂ ਦੇ ਸਵਾਲ ਜਵਾਬ ਤੁਰਦੇ ਆ ਉੱਥੇ। ਹਾਂਜੀ। ਇਸਲਾਮ ਦੇ ਵਿੱਚ ਕੋਈ ਵੀ ਵਿਅਕਤੀ ਕਿੰਤੂ ਨਹੀਂ ਕਰਦਾ। ਹਾਂਜੀ। ਬਾਈਬਲ ਦੇ ਵਿੱਚ ਇਹੀ ਕਹਾਣੀ ਜੋਸਫ ਐਂਡ ਕਿੰਗਸ ਵਾਈਫ ਦੇ ਟਾਈਟਲ ਦੇ ਅਧੀਨ ਦਰਜ ਆ। ਕੋਈ ਈਸਾਈ ਨਹੀਂ ਕਿੰਤੂ ਕਰਦਾ। ਰਿਗਵੇਦ 'ਚ ਕਹਾਣੀਆਂ ਨੇ, ਕੋਈ ਹਿੰਦੂ ਕਿੰਤੂ ਨਹੀਂ ਕਰਦਾ। ਰਿਸ਼ੀ ਵਾਸਤਾਇਨ ਹੋਇਆ ਇੱਕ, ਉਹਨੇ ਕਾਮ ਦਰਸ਼ਨ ਗ੍ਰੰਥ ਲਿਖਿਆ, ਹੋਰ ਵੀ ਨਾਵਾਂ ਨਾਲ ਪ੍ਰਚਲਿਤ ਹੈ ਇਹ ਗ੍ਰੰਥ। ਹਾਂਜੀ। ਉਹ ਮਹਾਮੁਨੀ ਹੋਇਆ, ਸਾਰੀ ਉਮਰ ਉਹਨੇ ਕਿਸੇ ਵੀ ਔਰਤ ਨਾਲ ਸੰਬੰਧ ਨਹੀਂ ਬਣਾਇਆ, ਪਰ ਜਿਹੜਾ ਗ੍ਰੰਥ ਲਿਖਿਆ ਕਾਮ ਦੇ ਵਿਸ਼ੇ 'ਤੇ ਲਿਖਤਾ। ਕੋਈ ਹਿੰਦੂ ਕਿੰਤੂ ਨਹੀਂ ਕਰਦਾ। ਵੈਸਟਰਨ ਸਕਾਲਰ ਗਏ ਆ, ਉਹਨਾਂ ਨੇ ਘੋਖਿਆ ਗ੍ਰੰਥ ਨੂੰ, ਉਹ ਦੇਖ ਲਿਆ ਵੀ ਇੰਟੈਂਸ਼ਨ ਨਹੀਂ ਗਲਤ ਬੰਦੇ ਦੀ, ਉਹਦਾ ਮਤਲਬ ਸਮਝਾਉਣਾ ਤੇ ਬਚਾਉਣਾ ਆ। ਹਾਂਜੀ। ਤੇ ਉਹ ਕੋਈ ਕਿਸੇ ਕਿਸਮ ਦਾ ਕੋਈ ਕਿੰਤੂ ਨਹੀਂ। ਸਾਡੇ ਵਿੱਚ ਇਹ ਜਿਹੜਾ ਬੀੜਾ ਚੱਕਿਆ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੱਕਿਆ। ਹਾਂਜੀ। ਲੇਕਿਨ ਸੇਜ ਦੀਆਂ ਤਸਵੀਰਾਂ ਸਾਨੂੰ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ ਪਾਰ ਕਰਨੀਆਂ ਪੈਂਦੀਆਂ ਨੇ। ਬਾਹਾਂ ਪਕੜ ਪਿਆ ਸੇਜੇ ਯਾਨੀ ਸੁਣਬੋ ਸਖੀ, ਕੰਤ ਹਮਾਰੇ ਕੀਓ ਲਿਖ ਸਮਾਨਾ, ਗਿਆਨ ਰਾਓ ਜਬ ਸੇਜੀ ਆਵੇ ਤੋਂ ਨਾਨਕ ਭੋਗ ਕਰਈ। ਇਹਨਾਂ ਦੇ ਅਰਥ ਹੋਰ ਨਿਕਲਣੇ ਆ। ਪਰ ਸੇਜ ਦੀਆਂ ਤਸਵੀਰਾਂ ਨੇ। ਹੁਣ ਇੱਕ ਪੰਕਤੀ ਹੈ ਗੁਰੂ ਨਾਨਕ ਦੇਵ ਜੀ ਦੀ, ਉਹ ਹੈਗੀ ਹੈ, ਪਹਿਲਾਂ ਮਾਸੋ ਨਿੰਮਿਆ ਮਾਸੇ ਅੰਦਰ ਵਾਸ। ਹੁਣ ਅਸੀਂ ਆਪਦੇ ਬੱਚਿਆਂ ਨੂੰ ਸਮਝਾ ਨਹੀਂ ਸਕਦੇ ਵੀ ਕਿਹੜੇ ਮਾਸ ਨੇ, ਕਿਹੜੇ ਮਾਸ ਦੇ ਅੰਦਰ ਕਿਹੜਾ ਮਾਸ ਕਿਹੜੇ ਤਰੀਕੇ ਬੀਜਿਆ। ਹਾਂਜੀ। ਤੇ ਇਹ ਬੱਚਾ ਪੈਦਾ ਕਰਨ ਲਈ ਜੋ ਕਿਰਿਆ ਕਰਦੇ ਉਹ ਆ। ਹਾਂਜੀ। ਉਹ ਗੱਲ ਤੇ ਪਰ ਜੇ ਅਸੀਂ ਨਹੀਂ ਸਮਝਾ ਸਕਦੇ, ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਹੀਂ ਸਮਝਾ ਸਕਦਾ। ਅਸੀਂ ਇਸ ਗੱਲ ਤੇ ਆਪਣੇ ਬੱਚਿਆਂ ਨਾਲ ਗੱਲ ਨਹੀਂ ਕਰਦੇ ਵਿਸ਼ੇ ਤੇ ਅਸੀਂ ਕੀ ਕਰਦੇ ਹਾਂ, ਬੱਚਿਆਂ ਨੂੰ ਸੁਸਾਇਟੀ ਆਸਰੇ ਛੱਡਦੇ ਹਾਂ। ਅਸੀਂ ਛੱਡ ਦਿੰਦੇ ਹਾਂ ਸੁਸਾਇਟੀ ਆਸਰੇ। ਗੁਰੂ ਆਪਦੇ ਸਿੱਖ ਨੂੰ ਸੁਸਾਇਟੀ ਆਸਰੇ ਨਹੀਂ ਛੱਡਦਾ, ਉਹ ਸਿੱਖਿਆ ਦਿੰਦਾ। ਸਾਡੇ ਲਈ ਬਹੁਤ ਕੰਮ ਸੌਖਾ ਕਰਤਾ ਗੁਰੂ ਸਾਹਿਬ ਨੇ, ਬੱਚੇ ਆਪ ਹੀ ਉੱਥੋਂ ਸਮਝ ਸਕਦੇ ਆ। ਹਾਂਜੀ। ਹੁਣ ਜਿਹੜਾ ਗੁਰੂ ਮਤਲਬ ਭਾਈ ਜੋਗਾ ਸਿੰਘ ਨੂੰ ਬਚਾਉਣ ਲਈ ਵੇਸਵਾ ਦੇ ਦਰ ਤੇ ਪਹਿਰਾ ਦੇ ਉਹ ਬਾਕੀ ਸਿੱਖਾਂ ਨੂੰ ਕਿਸ ਤਰ੍ਹਾਂ ਛੱਡ ਦੂਗਾ। ਹਾਂਜੀ। ਤ੍ਰਿਆ ਚਿੱਤਰ ਪਾਖਿਆਨ ਬਾਣੀ ਬੇਹੱਦ ਮਹਾਨ ਬਾਣੀ ਆ, ਬਹੁਤ ਕੁਛ ਇਹਦੇ ਵਿੱਚ ਹੈ, ਪਰ ਚੱਲਣਾ ਪੈਂਦਾ ਇਕੱਲੇ ਇਕੱਲੇ ਚਰਿੱਤਰ ਤੇ, ਵਿੱਚੋਂ ਕੱਢ ਕੇ ਨਹੀਂ। ਪਹਿਲਾਂ ਜਿਹੜੇ ਚਰਿੱਤਰ 'ਚ ਗੱਲ ਆ ਗਈ ਉਹ ਦਿਮਾਗ 'ਚ ਰੱਖਣੀ ਪੈਂਦੀ ਆ। ਤੇ ਕੋਈ ਸਿੱਧੇ ਅੱਖਰਾਂ 'ਚ ਕੁਛ ਨਹੀਂ ਸਮਝਾਇਆ ਹੋਇਆ। ਹਾਂਜੀ। ਇਹ ਜੇ ਇਸ ਵਿਸ਼ੇ ਤੇ ਹੀ ਆਪਾਂ ਜੇ ਗੱਲ ਸ਼ੁਰੂ ਕਰ ਲਈਏ, ਹਾਂਜੀ, ਇਹ 'ਚ ਮੇਰੇ ਖਿਆਲ 2-3 ਸ਼ੋ ਤਾਂ ਈਜ਼ੀ ਹੋ ਜਾਣੇ ਆ। ਫੇਰ ਕਰਨੇ ਨੇ ਜੀ, ਇਹੀ ਵੱਡੀ ਕਹਾਣੀ ਤਾਂ ਇਹੀ ਹੈ, ਇਹੀ ਟਾਰਗੇਟ ਕੀਤਾ ਹੋਇਆ। ਹਾਂਜੀ ਹਾਂਜੀ। ਬਾਕੀ ਜੇ ਜਿਹੜਾ ਜਿਸ ਤਰ੍ਹਾਂ ਮੈਂ ਗੁਰੂ ਕਹਿੰਦਾ ਆ, ਗੁਰੂ ਗੋਬਿੰਦ ਸਿੰਘ ਗ੍ਰੰਥ ਨੂੰ ਮੈਂ ਕਿਸੇ ਨੂੰ ਖਿਜਾਉਣ ਲਈ ਨਹੀਂ ਕਹਿੰਦਾ, ਇਹ ਬਹੁਤ ਵੱਡਾ ਵਿਸ਼ਾ ਆ। ਵਿੱਚੋਂ ਗ੍ਰੰਥਾਂ ਦੇ ਮੈਂ ਜਦੋਂ ਵੀ ਗੁਰੂ ਕੋਈ ਆਉਂਦਾ ਮੈਂ ਛੱਡਦਾ ਨਹੀਂ ਉਸਨੂੰ, ਉਹਨੂੰ ਤਾਲਮੇਲ ਦੇਖਦਾ, ਸਾਰੀ ਚੀਜ਼ ਦੇਖਦਾ, ਇਤਿਹਾਸ ਦੇਖਦਾ ਮੈਂ। ਹਾਂਜੀ। ਤੇ ਮੈਂ ਦੋਹਰੇ ਦਾ ਵੀ ਦੇਖਦਾ ਕਿੱਥੋਂ ਆਉਂਦਾ। ਗਿਆਨੀ ਗਿਆਨ ਸਿੰਘ ਦਾ 1880 'ਚ ਜਿਹੜਾ ਅਸੀਂ ਅਰਦਾਸ ਦੇ ਮੂਹਰੇ ਪੜ੍ਹਦੇ ਹਾਂ ਗੁਰੂ ਮਾਨਿਓ ਗ੍ਰੰਥ, ਪ੍ਰਿੰਟਿੰਗ ਪ੍ਰੈਸਾਂ ਨੇ ਕਿਸ ਤਰ੍ਹਾਂ ਆਦਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੱਢਿਆ, ਚੀਟੀਆਂ ਕੀਤੀਆਂ, ਤਤਕਰਾ ਕੱਢਿਆ ਤਾਂ ਕਿਉਂ ਕੱਢਿਆ। ਜੇ ਇਹ ਸਾਰੀਆਂ ਚੀਜ਼ਾਂ ਮੈਂ ਦੇਖ ਕੇ ਇਹ ਕਰਦਾ, ਤੇ ਇਹ ਤੇ ਵੀ ਐਕਚੁਅਲੀ ਖੁੱਲ੍ਹੀ ਹੋ ਸਕਦੀ ਹੈ ਗੱਲ। ਤੇ ਤ੍ਰਿਆ ਚਿੱਤਰ ਪਾਖਿਆਂ ਦੇ ਵਿੱਚ ਜਿਹੜੀ ਪਹਿਲਾ ਚਰਿੱਤਰ ਆ ਉਹ ਚੰਡੀ ਚਰਿੱਤਰ ਆ ਜੀ। ਅੱਛਾ ਜੀ। ਇਹਦੇ ਵਿੱਚ ਥੋੜ੍ਹਾ ਇਸ਼ਾਰਾ ਆਉਂਦਾ ਦੁਰਗਾ ਦੀ ਜੰਗ ਦਾ, ਲੇਕਿਨ ਚੰਡੀ ਦੀ ਵਾਰ ਆ ਜਿਹੜੀ, ਜਾਂ ਚੰਡੀ ਚਰਿੱਤਰ ਉਕਤ ਬਲਾਸ, ਇਹਨਾਂ ਦੇ ਵਿੱਚ ਦੁਰਗਾ ਦੀ ਜੰਗਾਂ ਦੀ ਗੱਲ ਖੁੱਲ੍ਹ ਕੇ ਹੁੰਦੀ ਆ। ਇੰਦਰ ਜਿਹੜਾ ਆ ਜਦ ਵੀ ਉਹ ਆਪਣਾ ਸੰਘਰਸ਼ਨ ਹਾਰ ਜਾਂਦਾ, ਸੰਘਰਸ਼ਨ ਦੈਤਾਂ ਨੂੰ, ਤਾਂ ਕੱਲੀ ਦੁਰਗਾ ਹੀ ਆ ਜਿਹੜੀ ਉਹਨੂੰ ਆ ਕੇ ਉਹਦਾ ਸਥਾਨ ਦਵਾ ਸਕਦੇ, ਹੋਰ ਕੋਈ ਨਹੀਂ ਦਵਾ ਸਕਦਾ। ਦੁਰਗਾ ਦੀ ਜੰਗ ਪਿਛਲੀ ਵਾਰੀ ਗੱਲ ਕੀਤੀ ਸੀਗੀ, ਰਕਤ ਬੀਜ ਦੈਂਤ ਨਾਲ ਵੀ ਹੁੰਦੀ ਆ। ਉਹ ਰਿਐਲਿਟੀ ਦੇ ਵਿੱਚ ਦੁਰਗਾ ਵੀ ਕੋਈ ਜਿਹੜੀ ਔਰਤ ਨਹੀਂ ਹੈਗੀ। ਇਹ ਵੀ ਦੁਰਗ ਤੇ ਗਾਹ
ਦੋ ਸ਼ਬਦਾਂ ਦਾ ਸੁਮੇਲ ਹੈ। ਦੁਰਗ ਦਾ ਮਤਲਬ ਹੈ ਕਿਲਾ, ਗਾਹ ਦਾ ਮਤਲਬ ਪਕੜਨ ਵਾਲਾ, ਮਤਲਬ ਕਿਲੇ ਦੇ ਵਿੱਚ ਬੈਠੇ ਨੂੰ ਜੋ ਜਕੜਨ ਵਾਲੀ ਆ ਉਹ ਦੁਰਗ ਆ। ਕਿਲਾ ਹੈ ਸਰੀਰ, ਸਰੀਰ 'ਚ ਬੈਠਾ ਮਨ। ਜਿਹੜੀ ਪਰਮਾਤਮਾ ਦੀ ਚੰਗੀ ਸਿੱਖਿਆ, ਸ਼ੁਭ ਸਿੱਖਿਆ ਮਨ ਤੇ ਕਾਬੂ ਪਾਉਂਦੀ ਆ, ਉਹ ਦੁਰਗਾ ਆ। ਤੇ ਮਨ ਹੀ ਆ ਜਿਹੜਾ ਸ਼ੇਰ ਦਿਖਾਇਆ ਹੋਇਆ ਉੱਥੇ। ਤੇ ਭਗਉਤੀ ਨੂੰ ਗੁਰੂ ਸਾਹਿਬ ਪਰਮਾਤਮਾ ਦੀ ਹੋਂਦ ਕਹਿ ਰਹੇ। ਇਹ ਦੁਰਗਾ ਸਾਰੀ ਉਹ ਪਰਮਾਤਮਾ ਦੇ ਅੰਦਰ ਫੇਰ ਜਾਣੀ ਆ। ਸਾਰਾ ਚੰਡੀ ਜਿਹੜੀ ਜਾਂ ਭਗਉਤੀ ਆ, ਇਸ ਦੁਰਗਾ ਸਭ ਉਹਦੇ ਅਧੀਨ ਆਉਂਦੇ ਆ। ਹਾਂਜੀ, ਸੋ ਇਹ ਔਰਤ ਨਹੀਂ ਹੈਗੀ ਕੋਈ। ਹਾਂਜੀ, ਇਹ ਦੁਰਗਾ ਇੱਕ ਮੱਤ ਆ, ਸ਼ੁਭ ਮੱਤ ਆ, ਚੰਗੀ ਮੱਤ ਆ, ਜਿਹੜੀ ਮਨ ਨੂੰ ਕਾਬੂ ਕਰਦੀ ਆ। ਹਾਂਜੀ, ਇੰਦਰ ਹੀ ਤੁਹਾਡਾ ਮਨ ਆ। ਜਿਹੜਾ ਹੁਣ ਅੱਜ ਹਿੰਦੂ ਧਰਮ ਤੇ ਬਹੁਤ ਗੁੱਝੇ ਅਟੈਕ ਹੋ ਰਹੇ ਨੇ। ਜਿਹੜਾ ਅੱਜ ਉਹਨੂੰ ਟਾਈਗਰ ਤੇ ਦਿਖਾ ਦਿੱਤਾ ਜਾਂਦਾ ਮਾਤਾ ਨੂੰ। ਹਾਂਜੀ, ਲੇਕਿਨ ਸ਼ੇਰ, ਬੱਬਰ ਤੇ ਬੱਬਰ ਸ਼ੇਰ, ਇਹ ਤਿੰਨੋਂ ਲਾਇਨ ਦੇ ਨਾਮ ਨੇ। ਟਾਈਗਰ ਨੂੰ ਬਾਘ ਕਿਹਾ ਜਾਂਦਾ। ਹਾਂਜੀ, ਤੇ ਇਹ ਬਹੁਤ ਤਰ੍ਹਾਂ ਦੇ ਹਿੰਦੂ ਧਰਮ ਤੇ ਵੀ ਅਟੈਕ ਹੋ ਰਹੇ ਨੇ। ਸੋ ਜਿਹੜਾ ਹੁਣ ਇੰਦਰ ਵੀ ਮਾਨਿਆ, ਇੰਦਰ ਇੱਕ ਉਹ ਵੀ ਹੋਇਆ, ਉਹ ਹੋਇਆ ਵੀ ਹੈ ਇੰਦਰ, ਜਿਹੜਾ ਜਿਹਨੂੰ ਜੀ ਸਹਾਇਤਾ ਤੇ ਰਾਜਾ ਦਸ਼ਰਥ ਜਾਂਦਾ ਸੀ। ਲੇਕਿਨ ਇਹ ਇੰਦਰ ਹੋ ਰਿਹਾ ਫਿਰ। ਹਾਂਜੀ, ਜਿਸ ਤਰ੍ਹਾਂ ਬ੍ਰਹਮਾ ਪੈਦਾ ਕਰਨ ਵਾਲਾ, ਵਿਸ਼ਨੂੰ ਆ ਗਿਆ ਪਾਲਣ ਵਾਲਾ, ਸ਼ਿਵ ਜੀ, ਇਹ ਕਿਤੇ ਨਾ ਕਿਤੇ ਹੋਏ ਵੀ ਨੇ। ਲੇਕਿਨ ਇਹ ਸ਼ਕਤੀਆਂ ਵੀ ਨੇ, ਪੈਦਾ ਕਰਨ ਵਾਲੀ ਸ਼ਕਤੀ, ਹਾਂਜੀ, ਪਾਲਣ ਵਾਲੀ ਸ਼ਕਤੀ। ਹੁਣ ਕਿਸੇ ਨੂੰ ਕੋਈ ਬਿਮਾਰੀ ਲੱਗਦੀ ਹੈ ਜਾਂ ਫਲੂ ਹੋ ਜਾਂਦਾ, ਅੰਦਰ ਲੜਾਈ ਚੱਲਦੀ ਹੈ ਸਾਡੇ ਅੰਦਰ। ਉਹ ਆਪਦਾ ਵਧਣਾ ਚਾਹੁੰਦੀ ਹੈ ਬਿਮਾਰੀ, ਦੂਜਾ ਘਟਾਉਣਾ ਚਾਹੁੰਦੀ ਹੈ ਸੈੱਲ। ਇਹੀ ਵਿਸ਼ਨੂੰ ਤੇ ਸ਼ਿਵ ਦੀ ਲੜਾਈ ਹੈ, ਜਿਹੜੀ ਡੇਲੀ ਲੜਾਈ ਹੁੰਦੀ ਹੈ। ਇੱਕ ਸੇਖੋ ਸਾਹਿਬ, ਜਿਹੜੀਆਂ ਤਿੰਨ ਬਾਣੀਆਂ, ਹਾਂਜੀ, ਜਿਹੜੀਆਂ ਜਦ ਡਿਨਾਊਂਸ ਗੁਰੂ ਦਸਮ ਗ੍ਰੰਥ ਨੂੰ ਹੋਣਾ, ਹਾਂਜੀ, ਉਹ ਤਿੰਨ ਬਾਣੀਆਂ ਜਾਪ ਸਾਹਿਬ, ਤਪਰਸਾ, ਸਵਈਏ ਤੇ ਚੌਪਈ ਸਾਹਿਬ, ਹਾਂਜੀ, ਉਹ ਤੁਹਾਡੀ ਇਹੀ ਬਾਣੀਆਂ ਤੁਹਾਡੇ ਪੜ੍ਹੀਆਂ ਜਾਂਦੀਆਂ ਨੇ ਜਦ ਤੁਹਾਨੂੰ ਅੰਮ੍ਰਿਤ ਛਕਾਉਣਾ। ਇਹੀ ਬਾਣੀਆਂ ਸਾਡੀਆਂ ਨਿਤਨੇਮ ਦੀਆਂ ਨੇ। ਇਹਦਾ ਮਤਲਬ ਫਿਰ ਕੋਈ ਸਮਾਂ ਆਊਗਾ ਜਦ ਤੁਸੀਂ ਇਹ ਗ੍ਰੰਥ ਦੇ ਅਗੇਂਸਟ ਹੋਗੇ, ਫਿਰ ਉਹ ਬਾਣੀਆਂ ਦੇ ਵੀ ਅਗੇਂਸਟ ਹੋਇਆ ਜਾਊਗਾ। ਬਿਲਕੁਲ, ਹਾਂਜੀ। ਇਹਨਾਂ ਦਾ ਮੇਨ ਮਕਸਦ ਇੱਕ ਗ੍ਰੰਥ ਮਤ ਸਮਝਣਾ। ਜਿਸ ਤਰ੍ਹਾਂ ਪਿਛਲੀ ਵਾਰ ਵੀ ਕਿਹਾ ਸੀਗਾ, ਇਹ ਸੋਚ ਬਦਲਤੀ ਆਲਰੇਡੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਖਿਲਾਫ ਲੋਕਾਂ ਦੀ। ਇਤਿਹਾਸਕ ਸ਼ਖਸੀਅਤਾਂ, ਇਤਿਹਾਸਕਾਰ, ਸਾਰਾ ਇਤਿਹਾਸ ਸਭ ਕੁਛ ਅਟੈਕ ਤੇ ਆ। ਇਹ ਧਰਮ ਅਟੈਕ ਤੇ ਆ, ਇੱਕ ਗ੍ਰੰਥ ਦੀ ਗੱਲ ਨਹੀਂ ਹੈਗੀ ਇਹ। ਹਾਂਜੀ, ਤੇ ਇਹ ਹੁਣ ਜਿਹੜੇ ਕਈ ਵਾਰ ਮੈਨੂੰ ਹੁਣ ਫੋਨ ਆਏ ਮਿੱਤਰਾਂ ਦੇ, ਹਾਂਜੀ, ਉਹ ਜਦੋਂ ਤੁਸੀਂ ਪਹਿਲੀ ਵਾਰੀ ਕਿਹਾ ਸੀਗਾ ਵੀ ਨਿਹੰਗ ਸਿੰਘ ਪੂਰਨ ਹੱਕ ਦੇ ਵਿੱਚ ਨੇ ਇਸਦੇ, ਹਾਂਜੀ, ਤੇ ਉਹ ਫਿਰ ਹੈਰਾਨ ਹੁੰਦੇ ਵੀ ਸੱਚਮੁੱਚ ਹੱਕ 'ਚ ਨੇ। ਤੇ ਫਿਰ ਪੁੱਛਿਆ ਵੀ ਹੋਰ ਕੌਣ ਕੌਣ ਹੱਕ 'ਚ ਆ। ਜਦੋਂ ਟਕਸਾਲ ਦਾ ਨਾਮ ਸੁਣਦੇ ਨੇ ਬੜਾ ਹੈਰਾਨ ਹੁੰਦੇ ਨੇ। ਫਿਰ ਉਹ ਪੁੱਛਦੇ ਨੇ ਵੀ ਅੱਛਾ ਵੀ ਦੂਸਰਾ ਵੀ ਸੰਤ ਜਰਨੈਲ ਸਿੰਘ ਪਿੰਡ ਵਾਲੇ ਵੀ ਹੱਕ 'ਚ ਸੀਗੇ। ਉਹਦਾ ਕਥਾ ਕੀਤੀ ਹੋਈ ਆ ਸਰ। ਹਾਂਜੀ, ਮੈਂ ਜਦੋਂ ਦੱਸਦਾ ਵੀ YouTube ਤੇ ਕਥਾ ਪਈ ਆ, ਫਿਰ ਉਹ ਹੈਰਾਨ ਹੁੰਦੇ ਨੇ। ਚੱਕਰ ਇਹ ਆ ਨਾ, ਇਹ ਜਿਹੜੇ ਲੋਕ ਨੇ ਵਿਰੋਧੀ, ਸਿੱਖ ਵਿਰੋਧੀ ਤਾਕਤਾਂ ਨੇ ਜਿਹੜੀ, ਇਹਨਾਂ ਨੇ ਸੰਤਾਂ ਦਾ ਨਾਮ ਬਹੁਤ ਵਰਤਿਆ, ਫੋਟੋਆਂ ਲਾਈਆਂ ਸੰਤਾਂ ਦੀਆਂ। ਹਾਂਜੀ, ਤੇ ਵਿਚਾਰ ਚਰਚਾ ਉਲਟ ਚੱਲੇ ਟੋਟਲੀ। ਤੇ ਇਹਨਾਂ ਲੋਕਾਂ ਨੇ ਫਿਰ ਤਕਰੀਬਨ ਰਹਿਤ ਮਰਿਆਦਾ ਬਹੁਤ ਪ੍ਰਮੋਟ ਕੀਤੀ। ਹੁਣ ਰਹਿਤ ਮਰਿਆਦਾ ਜੇ ਕਿਸੇ ਕੋਲ ਹੈਗੀ ਆ, ਉਹ ਚੱਕ ਕੇ ਪੜ੍ਹ ਸਕਦੇ ਆ। ਨਹੀਂ ਤਾਂ www.sgpc.net ਤੇ ਜਾ ਕੇ ਉਹ ਉੱਥੋਂ ਡਾਊਨਲੋਡ ਕਰ ਸਕਦੇ ਆ। ਡਾਊਨਲੋਡਸ ਦੇ ਵਿੱਚੋਂ ਰਹਿਤ ਮਰਿਆਦਾ ਦੇ ਵਿੱਚ ਪਹਿਲਾਂ ਦੱਸਿਆ ਗਿਆ ਸਿੱਖ ਦੀ ਤਾਰੀਫ ਹੀ, ਸਿੱਖ ਕੀ ਆ ਜੀ। ਉਹ 'ਚ ਕਿਹਾ ਗਿਆ ਵੀ ਜੋ ਇਸਤਰੀ ਜਾਂ ਪੁਰਸ਼, ਇੱਕ ਅਕਾਲ ਪੁਰਖ, 10 ਗੁਰੂ ਸਾਹਿਬਾਨ, ਬ੍ਰੈਕਟਾਂ ਵਿੱਚ ਲਿਖਿਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ, ਉਹ ਸਿੱਖ ਹੈ। ਹੁਣ 10 ਗੁਰੂ ਸਾਹਿਬਾਨ ਦੀ ਬਾਣੀ ਲਿਖ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀਆਂ ਦੇ ਵਿੱਚੋਂ, ਜਿਹੜੇ ਗ੍ਰੰਥ ਦੇ ਵਿੱਚੋਂ ਬਾਹਰ ਸੀਗੀਆਂ, ਤੇ ਹੋਰ ਜਿਹੜੇ ਇੰਡੀਵਿਜੂਅਲ ਬਾਣੀਆਂ, ਫਤਿਹਨਾਮਾ ਵੀ ਆਉਂਦੀ ਆ ਉਹਦੇ ਵਿੱਚ, ਸਰਬ ਗ੍ਰੰਥਾਂ ਜੀ ਅਲੱਗ ਗ੍ਰੰਥ ਹੈ ਇੱਕ। ਹਾਂਜੀ, ਤੇ ਉਹ ਸਾਰੀਆਂ ਹੁਕਮਨਾਮੇ ਵੀ ਉਹਨਾਂ ਨੇ ਵਿੱਚ ਸਮੇਟਦੇ। ਤੇ ਜਿਹੜੇ ਫਿਰ ਗਾਂ ਦਸਮੇਸ਼ ਜੀ ਤੇ ਅੰਮ੍ਰਿਤ ਉਹਨਾਂ ਨੇ ਲਿਖਿਆ, ਉਹ ਗਾਂ ਜਦੋਂ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਉਹ ਸਾਰੀਆਂ 5 ਦੀਆਂ 5 ਬਾਣੀਆਂ ਦੱਸੀਆਂ ਹੋਈਆਂ ਨੇ, ਇਹੀ ਬਾਣੀਆਂ ਨੇ। ਤੇ ਸੋ ਇਹਨਾਂ ਲੋਕਾਂ ਨੇ ਇਹ ਨਾਮ ਵਰਤੇ ਨੇ। ਹਾਂਜੀ, ਇਹ ਆਪਦੇ ਆਪ ਨੂੰ ਪੰਥਕ ਰਖਵਾਲੇ ਪੇਸ਼ ਕਰਤਾ ਇਹਨੇ। ਪੰਜਾਬ ਇਹਨਾਂ ਸਿੱਖਾਂ ਇੱਕ ਤਾਂ ਇਹ ਸ਼ੋਅ ਕਰਤਾ ਵੀ ਅਸੀਂ ਪੰਥ ਦੇ ਰਖਵਾਲੇ ਹਾਂ। ਦੂਜਾ ਇਹਨਾਂ ਨੇ ਸ਼ੋਅ ਕਰ ਦਿੱਤਾ ਵੀ ਅਸੀਂ ਪੰਜਾਬ ਦੇ ਰਖਵਾਲੇ ਹਾਂ, ਪੰਜਾਬੀ ਦੇ ਰਖਵਾਲੇ। ਉਹ ਗੱਲ ਕਰਦੇ ਨੇ ਉਹ। ਇਹਨਾਂ ਨੇ ਨਾ ਤਾਂ ਪੰਜਾਬ ਦਾ ਕੋਈ ਹੱਲ ਕਰ ਸਕਣਾ, ਨਾ ਕੁਛ ਹੋਰ, ਕਿਉਂਕਿ ਜਿਹੜੇ ਵਾਰ-ਵਾਰ ਉਹੀ ਗੱਲ ਕਰੀ ਜਾਣ, ਉਹ ਕਦੇ ਵੀ ਕੁਛ ਹੱਲ ਦੇਣ ਵਾਲੇ ਨਹੀਂ ਹੁੰਦੇ। ਜਿਹੜੇ ਹੱਲ ਦੇਣ ਆਉਂਦੇ ਚੁੱਪ ਕਰਕੇ ਕੰਮ ਕਰ ਜਾਂਦੇ ਆ। ਅੱਛਾ, ਇੱਕ ਦੱਸਿਓ, ਅੱਜ ਥੋੜ੍ਹਾ ਜਿਹਾ ਸਮਾਂ ਮੇਰੇ ਕੋਲ ਘੱਟ ਹੈ, ਅਗਲੇ ਸੋਮਵਾਰ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ। ਮੈਨੂੰ ਇੱਕ ਇਹ ਵੀ ਦੱਸਿਓ, ਜਿਹੜੀ ਦੁਨਿਆਵੀ ਪੜ੍ਹਾਈ ਆ, ਹਾਂਜੀ, ਜੇ ਮੈਂ PhD ਹੋ ਜਮਾ ਸਿੱਖ ਕਹਾਂ ਮੈਂ PhD ਕੀਤੀ ਆ ਜੀ, ਮੈਂ ਗੁਰੂ ਗ੍ਰੰਥ ਸਾਹਿਬ ਤੇ PhD ਕੀਤੀ ਆ, ਮੇਰਾ ਰੁਤਬਾ, ਤੁਸੀਂ ਨਹੀਂ PhD ਕੀਤੀ, ਤੁਹਾਡੇ ਤੋਂ ਮੇਰਾ ਰੁਤਬਾ ਕਿਵੇਂ ਉੱਪਰ ਹੋ ਜਾਏਗਾ? ਸੰਗਤ ਮੈਨੂੰ ਕਿਉਂ ਪਿਆਰ ਕਰੇ, ਤੁਹਾਨੂੰ ਕਿਉਂ ਨਾ ਕਰੇ? ਹਾਂਜੀ, ਇਹ ਨਾ ਮੈਨੂੰ ਐਕਚੁਅਲੀ ਕਿਸੇ ਨੇ ਕਿਹਾ ਵੀ ਸੀਗਾ ਜਦੋਂ ਕਿਤਾਬ ਪੜ੍ਹੀ ਮੇਰੀ। ਹਾਂਜੀ, ਕਹਿੰਦੇ ਵੀ ਉੱਥੇ ਰਜਿਸਟਰ ਕਰਾ ਦੇਣਾ ਸੀ, ਆਹ ਤੁਹਾਡਾ ਥੀਸਿਸ ਹੋ ਜਾਣੀ, ਤੁਹਾਨੂੰ PhD ਮਿਲ ਜਾਣੀ ਸੀ। ਹਾਂਜੀ,
ਮੇਰੇ ਮਨ 'ਚ ਆਉਂਦਾ ਹੁੰਦਾ ਯਾਰ ਕਰਵਾਉਣ ਵਾਲਾ ਤਾਂ ਗੁਰੂ ਆਪ ਆ। ਹਾਂਜੀ, ਫਿਰ ਮੈਂ ਆਪਦੇ ਨੰਬਰ ਬਣਾਉਣ ਵਾਲਾ ਕੌਣ ਹੋ ਗਿਆ? ਗੁਰੂ ਦੀ ਉਹ ਬਾਣੀ ਹੈ, ਗੁਰੂ ਦੀ ਬਾਣੀ ਆ। ਹਾਂਜੀ, ਦੂਸਰਾ ਫਿਰ ਇਹ ਮਨ 'ਚ ਆ ਜਾਂਦਾ ਸੀ ਕੰਮ ਕਿਹਦੇ ਲਈ ਕਰ ਰਹੇ ਹਾਂ, ਵੀ ਗੁਰੂ ਸਾਹਿਬ ਜਿਹੜੇ ਕੰਮ ਲਈ ਕਾਰਜ ਕਰਵਾ ਰਹੇ ਆ, ਵੀ ਫਿਰ ਕੀ ਅਸੀਂ ਆਪਦੇ ਨਾਵਾਂ ਦੇ ਨਾਲ ਡਿਗਰੀਆਂ ਲਾਉਣ ਲਈ ਕੰਮ ਕਰ ਰਹੇ ਹਾਂ? ਹਾਂਜੀ, ਤੇ ਕਿਉਂ ਅਸੀਂ ਗੁਰੂ ਦੀ ਯੂਨੀਵਰਸਿਟੀ ਛੱਡ ਕੇ ਕਿਸੇ ਦੁਨਿਆਵੀ ਯੂਨੀਵਰਸਿਟੀ ਦੀ ਜਾਈਏ? ਤੇ ਉੱਤਮ ਕਿਉਂ ਸਮਝਦੇ ਆਪਣੇ ਆਪ ਨੂੰ? ਹੁਣ ਟਕਸਾਲਾਂ 'ਚ ਪੜ੍ਹੇ ਹੋਏ ਸੰਤ ਜਰਨੈਲ ਸਿੰਘ ਤੇ ਵੀ ਕਹਿੰਦੇ ਉਹਦਾ ਪੜ੍ਹਿਆ ਹੀ ਨਹੀਂ ਸੀ ਹੋਇਆ। ਦੱਸੋ ਉਹਦੇ ਨਾਲ ਤੁਸੀਂ ਕਿਵੇਂ ਐਡੇ ਲੀਡਰ ਨਾਲ ਕਿਵੇਂ ਕੰਪਰੋਮਾਈਜ਼ ਤੁਸੀਂ ਕਰ ਲੋਗੇ? PhD ਕਰਨ ਵਾਲਾ ਸੰਤ ਦੇ ਸਾਹਮਣੇ ਕਿਵੇਂ ਬਹਿ ਜਾਊਗਾ ਜਾ ਕੇ? ਨਹੀਂ, ਦੇਖੋ ਜੀ, ਵਿਸ਼ੇ ਹੁੰਦੇ ਆ ਤੁਹਾਡੇ। ਹੁਣ ਸਾਰੀ ਚੀਜ਼, ਹੁਣ ਇਹ ਲੋਕ ਤਾਂ ਕਈ ਤਾਂ ਪਰਮਾਤਮਾ 'ਚ ਯਕੀਨ ਨਹੀਂ ਕਰਦੇ ਹੈਗੇ। ਹੁਣ ਮੈਂ ਆਪਦੀ ਕਿਤਾਬ 'ਚ ਜੋ ਤੁਸੀਂ ਜਾਣਾ ਐਂਡ ਤੇ ਮੈਂ ਦੱਸਣਾ ਵੀ ਮੈਂ ਵੀ ਪਰਮਾਤਮਾ 'ਚ ਯਕੀਨ ਨਹੀਂ ਸੀ ਕਰਦਾ। ਬਿਲਕੁਲ ਪੜ੍ਹਿਆ ਜੀ। ਹਾਂਜੀ, ਇਹ ਸਾਰੀਆਂ ਸਾਇੰਸ ਨੇ ਸਾਡੀ ਬਹੁਤ ਮਦਦ ਕੀਤੀ ਆ ਇਹ ਚੀਜ਼ਾਂ ਸਮਝਣ ਨੂੰ। ਵਿਲੀਅਮ ਕਲਾਈਨ ਇੱਕ ਹੋਇਆ ਸਾਇੰਸਦਾਨ, ਉਹ ਕਹਿੰਦਾ ਵੀ ਇਫ ਯੂ ਸਟੱਡੀ ਸਾਇੰਸ ਲੌਂਗ ਇਨਫ ਐਂਡ ਡੀਪ ਇਨਫ ਯੂ ਵਿਲ ਸਟਾਰਟ ਬਿਲੀਵਿੰਗ ਇਨ ਗੋਡ। ਜੇ ਤੁਸੀਂ ਸਾਇੰਸ ਡੀਪਲੀ ਸਟੱਡੀ ਕਰੋਗੇ, ਲੰਮੇ ਚੱਲੇ ਕਰੋਗੇ, ਤੁਸੀਂ ਪਰਮਾਤਮਾ ਯਕੀਨ ਕਰਨ ਲੱਗ ਜਾਓ। ਸਾਡੇ ਜਿਹੜਾ ਧਰਮ ਆ, ਸਿੱਖ ਧਰਮ ਆ, ਤੇ ਜਿਹੜਾ ਹੈਗਾ ਦੂਸਰਾ ਵੇਦਾਂ ਦਾ ਧਰਮ ਆ, ਇਹ ਸਾਇੰਸ ਨਾਲ ਲੜਿਆ ਨਹੀਂ ਹੈਗਾ। ਹਾਂਜੀ, ਸਾਡੇ ਹੁਣ ਜਿਹੜੇ ਪੰਡਤ ਸੀਗੇ ਉਹੀ ਧਾਰਮਿਕ ਪੂਜਾ ਕਰਾਉਂਦੇ ਸੀਗੇ। ਸਾਡੇ ਸਾਹਿਬ ਨੇ ਕਿੱਡੀ ਵਧੀਆ ਆਰਤੀ ਕੀਤੀ, ਉਹਨੇ ਗਗਨ ਨੂੰ ਹੀ ਥਾਲ ਕਹਿਤਾ। ਹਾਂਜੀ ਹਾਂਜੀ, ਸਾਰੇ ਤਾਰੇ ਕਹਿੰਦੇ ਵਿੱਚ ਫੁੱਲ ਨੇ, ਕਿੱਡਾ ਵਧੀਆ ਕੀਤਾ ਇਹ ਦੀਵੇ ਨੇ ਉਹ। ਹਾਂਜੀ, ਸਿੱਖ ਨਾ ਆਰਤੀ ਭਾਈ ਗੁਰਦਾਸ ਜੀ ਦੀ ਸਾਨੂੰ 12 ਚੋਂ ਪਤਾ ਲੱਗ ਜਾਂਦਾ। ਸੰਜੇ ਸੋਦਰ ਗਾਵਣਾ, ਮਨ ਮੇਲੀ ਕਰ ਮੇਲ ਮਨਿੰਦੇ, ਰਾਤੀ ਕੀਰਤ ਸੋਲਾ ਕਰ ਆਰਤੀ ਪ੍ਰਸ਼ਾਦ ਵੰਡਾਉਂਦੇ। ਹਾਂਜੀ, ਸੋ ਆਰਤੀ ਦਾ ਮੁੱਢ ਤੋਂ ਸਾਡੇ ਚੱਲਦੀ ਆਈ ਹੈ। ਇਹ ਸਾਰਾ ਕੁਝ ਬ੍ਰਾਹਮਣਵਾਦ ਆਖ ਕਰਕੇ ਸਭ ਕੁਝ ਸਾਡੀਆਂ ਜੜ੍ਹਾਂ ਖੋ ਰਹੇ ਨੇ। ਇਹ ਸਾਰਾ ਕੁਝ ਹੁਣ ਕੈਲੰਡਰ ਲਿਆਂਦਾ ਆ, ਉਹ ਵੀ ਉਹਨੂੰ ਹਿੰਦੂਆਂ ਦਾ ਐਲਾਨ ਦਿੱਤਾ, ਦੂਜੇ ਜਦ ਕਿ ਹਿੰਦੂਆਂ ਦਾ ਹੈ ਹੀ ਨਹੀਂ। ਕੈਲੰਡਰ ਦਾ ਰੌਲਾ ਵੀ ਜਿਹੜੀਆਂ ਇਹਨਾਂ ਨੇ ਤਰੀਕਾਂ ਕੱਢੀਆਂ ਨੇ ਨਾ ਪ੍ਰੈਸਿੰਗਾਂ ਦੇ ਵਿੱਚੋਂ, ਅਖੀਰ ਵਾਲੀਆਂ ਜਿਹੜੀਆਂ ਹੱਥ ਲਿਖ ਸਰੂਪਾਂ ਸੀਗੀਆਂ, ਇਹ ਉਦੋਂ ਇਹਦਾ ਮੇਨ ਰੀਜ਼ਨ ਇਹ ਕੱਢਣ ਦਾ ਸੀ। ਕੈਲੰਡਰ ਦਾ ਰੌਲਾ ਉਦੋਂ ਪੈ ਚੁੱਕਿਆ ਸੀ। ਕਹਿੰਦੇ ਸੀ ਉਹ ਚੰਦਰਮਾ ਦੀਆਂ ਥਿੱਤੀਆਂ ਸੀ ਵੀ ਇਹ ਚੰਦਰਮਾ ਦੇ ਛੱਡ ਕੇ ਸੂਰਜੀਆਂ 'ਚ ਆਵੋ। ਉਦੋਂ ਸਿੱਖਾਂ ਨੇ ਨੇੜੇ ਨਹੀਂ ਲੱਗਣ ਦਿੱਤੇ। ਲੇਕਿਨ ਕਿਤੇ ਨਾ ਕਿਤੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਦਿਵਸ ਆ, ਉਹ ਸੂਰਜੀ ਪ੍ਰਵਿਸ਼ਟਿਆਂ 'ਚ ਲੈ ਗਏ, ਉਹ ਸਫਲ ਹੋ ਗਏ ਕਿਤੇ ਕਰਨ 'ਚ ਦੇ ਵਿੱਚ। ਹੁਣ ਇਹਨਾਂ ਨੂੰ ਪਤਾ ਸੀ ਵੀ ਉਹ ਵੀ ਪੋਹ ਸੂਰਜੀ ਆ, ਤੇ ਇੱਧਰ ਗੁਰੂ ਜੀ ਦਾ ਜਿਹੜਾ ਚੰਦਰਮਾ ਦਾ ਪੋਹ ਸੀ ਉਹ ਵੀ ਪੋਹ ਦਾ ਆ, ਵੀ ਦੂਏ ਤੀਏ ਸਾਲੇ ਵਿਚਾਲੇ ਆ ਜਾ ਕਰੂ, ਫਿਰ ਅਸੀਂ ਸਿੱਕਾ ਖੇਡਿਆ ਕਰਾਂਗੇ। ਜਿਹੜਾ ਵੀ ਕੀ ਅਸੀਂ ਖੁਸ਼ੀ ਮਨਾਈਏ, ਗਮੀ ਮਨਾਈਏ, ਇਹ ਖੁਸ਼ੀ ਗਮੀ ਦਾ ਕਨਸੈਪਟ ਸਿੱਖ ਧਰਮ ਦਾ ਕਨਸੈਪਟ ਨਹੀਂ ਹੈਗਾ ਜੀ। ਇਹ ਜਾਣ ਬੁੱਝ ਕੇ ਤੋੜਿਆ ਗਿਆ। ਕਿਸੇ ਉਹਨਾਂ ਟਾਈਮਾਂ ਤੇ ਇਹ ਸ਼ਹੀਦੀ ਹਫ਼ਤਾ ਜ਼ਿਆਦਾ ਪ੍ਰਚਲਿਤ ਕੀਤਾ ਗਿਆ। ਇਹ ਸਾਰੇ ਗੁੱਜੇ ਅਟੈਕ ਆ ਜਿਹੜੇ ਸਿੱਖ ਧਰਮ ਤੇ ਹੋ ਰਹੇ ਨੇ। ਧੰਨਵਾਦ ਬਹੁਤ ਬਹੁਤ। ਅੱਜ ਸਮਾਂ ਥੋੜ੍ਹਾ ਜਿਹਾ ਘੱਟ ਗਿਆ, ਆਪਣੇ 10 ਮਿੰਟ। ਤੇ ਅਗਲੀ ਵਾਰ ਆਪਾਂ ਅਗਲੇ ਸੋਮਵਾਰ ਨੂੰ ਮੇਰੇ ਖਿਆਲ ਇੱਕੋ ਚੀਜ਼ ਤੇ ਫੋਕਸ ਕਰਕੇ ਤ੍ਰਿਆ ਚਰਿੱਤਰ ਤੋਂ ਉਸ ਨੂੰ ਆਪਾਂ 1 ਬਾਈ 1 ਲੈ ਕੇ ਤੁਰਨਾ ਵੀ ਇਹ 'ਚ ਕੀ ਸੁਨੇਹਾ ਆਹ ਚਰਿੱਤਰ ਦੇ ਵਿੱਚ। ਕਿਉਂਕਿ ਜਿਹਨੇ ਪੜ੍ਹਿਆ ਨਹੀਂ ਉਹ ਤਾਂ ਇਹੀ ਸਮਝਦਾ ਵੀ ਇਸਤਰੀਆਂ ਦੇ ਚਰਿੱਤਰਾਂ ਦੀ ਗੱਲ ਕੀਤੀ ਹੈ, ਇਸਤਰੀਆਂ ਚਰਿੱਤਰਾਂ ਦੀ, ਪਰ ਉਹ 'ਚ ਸੁਨੇਹਾ ਜਿਹੜੀਆਂ ਤੁਹਾਡੀ ਕਿਤਾਬ ਦੇ ਵਿੱਚੋਂ ਮੈਂ ਉਹ ਜਿਹੜਾ ਆਨੰਦਪੁਰ ਦੇ ਰਾਜੇ ਵਾਲੀ ਗੱਲ ਹੈ, ਉਸ ਤੋਂ ਬਾਅਦ ਕੁਰੂਕਸ਼ੇਤਰ ਵਾਲੀ ਗੱਲ ਹੈ, ਬਈ ਪੱਗਾਂ ਵਾਲੇ ਬੰਦੇ ਮੰਦਰਾਂ ਦੇ ਕੋਲ ਆ ਕੇ ਪਿਸ਼ਾਬ ਕਰਦੇ ਸੀ ਜਿਹੜੇ ਗੈਰ ਹਿੰਦੂ ਸੀ। ਗੁਰੂ ਸਾਹਿਬ ਕਹਿੰਦੇ ਲਾ ਕੇ ਲਿਆਓ ਇਹਨਾਂ ਦੀਆਂ ਪੱਗਾਂ, ਉਹ ਧੋ ਕੇ ਹੀ ਸਰੋਪੇ ਦਿੱਤੇ। ਉਹਨੂੰ ਹੁਣ ਜਿਹੜਾ ਪੜ੍ਹਿਆ ਲਿਖਿਆ ਲਾਣਾ, ਉਹ ਕਹਿੰਦਾ ਇਹਨੇ ਗੁਰੂ ਸਾਹਿਬ ਨੇ ਤਾਂ ਪੱਗਾਂ ਲਾਉਣ ਦੀ ਗੱਲ ਕੀਤੀ। ਮੈਂ ਹੋਰ ਛੋਟੀ ਜਿਹੀ ਇੱਥੇ ਐਡ ਕਰ ਦਿੰਦਾ ਗੱਲ। ਸਾਡੇ ਮਸਜਿਦ ਹੈਗੀ ਆ 124 ਸਟਰੀਟ ਤੇ 72 ਐਵਨਿਊ ਤੇ। ਇੱਥੋਂ ਪੱਗਾਂ ਵਾਲੇ ਟੋਲਾ ਇਕੱਠਾ ਹੋਵੇ ਸਾਡਾ, ਸ਼ੁੱਕਰਵਾਰ ਵਾਲੇ ਦਿਨ ਉੱਥੇ ਇਕੱਠ ਹੁੰਦਾ। ਉਹ ਪਵਿੱਤਰ ਸਥਾਨ ਦੀ ਬੇਅਦਬੀ ਕਰਨ ਨੂੰ ਉੱਥੇ ਉਹਦੀ ਜੂਹ ਦੇ ਵਿੱਚ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰ ਲੈਣ, ਤੇ ਫਿਰ ਦੇਖਦੇ ਆ ਕੀ ਬਣਦਾ। ਹਾਂਜੀ, ਆਹੀ ਕੁਛ ਇੱਥੇ ਹੋਇਆ, ਕੋਈ ਡਿਫਰੈਂਟ ਨਹੀਂ ਹੋਇਆ। ਤਾਂ ਹੀ ਕੁਰੂਕਸ਼ੇਤਰ ਦੀ ਜਿਹੜੀ ਗੱਲ ਪੱਗ ਲਾਉਣ ਦੀ, ਉਹਦੀ ਕਥਾ ਇਹ ਆ ਪਿੱਛੇ। ਕਪਾਲ ਮੋਚਨ ਸੌਰੀ। ਹਾਂਜੀ ਭਾਈ ਜੀ, ਧੰਨਵਾਦ ਬਹੁਤ ਬਹੁਤ। ਤੁਸੀਂ ਆਪਣੇ ਵੱਲੋਂ ਮਿਹਨਤ ਕਰ ਰਹੇ ਹੋ। ਦੇਖੋ ਮੇਰੀ ਉਤਸੁਕਤਾ ਜਾਂ ਤੁਹਾਡੇ ਬਾਰੇ ਪਤਾ ਲੱਗਿਆ ਇਹੀ ਸੀ ਬਈ ਯਾਰ ਇੱਕ ਪੱਖ ਤਾਂ ਮੈਂ ਮੀਡੀਆ 'ਚ ਹੁੰਦੇ 13 ਸਾਲ ਹੋ ਗਏ ਸੁਣਦੇ ਬਈ ਦਸਮ ਗ੍ਰੰਥ ਚਾਹ, ਦਸਮ ਗ੍ਰੰਥ ਚਾਹ, ਦਸਮ ਗ੍ਰੰਥ ਚਾਹ, ਪਰ ਐਟਲੀਸਟ ਉਹਦਾ ਦੂਜਾ ਪੱਖ ਤਾਂ ਕੋਈ ਦੱਸੇ ਬਈ ਭਾਈ ਆ ਨਹੀਂ ਆ ਵੀ ਹੈ। ਮੈਨੂੰ ਬਹੁਤ ਕਹਿੰਦੇ ਹੁੰਦੇ ਸੀਗੇ ਕਈ ਬਈ ਕੱਲਾ ਆ ਤੂੰ ਕੀ ਕਰ ਲੇਂਗਾ, ਵੀ ਇੱਥੇ ਤਾਂ ਸਾਰੇ ਪਾਸੇ ਉਹ ਛਾਏ ਹੋਏ ਆ। ਮੈਂ ਉਹਨਾਂ ਨੂੰ ਇਹ ਕਹਿੰਦਾ ਹੁੰਦਾ ਵੀ ਜਿਹੜੀ ਲੜਾਈ ਹੈ ਨਾ, ਲੜਾਈ ਜਿੱਤਣ ਲਈ ਨਹੀਂ ਲੜੀ ਜਾਂਦੀ, ਇਹ ਲੜਨ ਲਈ ਲੜੀ ਜਾਂਦੀ ਹੈ। ਤੇ ਜਦੋਂ ਪਲਟੀ ਵੱਜਦੀ ਆ ਉਹ ਇੱਕਦਮ ਵੱਜਦੀ ਹੈ। ਤੇ ਆਮ ਜਿਹੜੇ ਸਿੱਖ ਨੇ ਉਹ ਅੰਦਰੋਂ ਸੱਚੇ ਨੇ, ਜਦ ਸੱਚ ਜਾਣਾ ਉਹਨਾਂ ਨੇ ਪਲਟੀਆਂ ਮਾਰਨੀਆਂ ਨੇ। ਹਾਂਜੀ, ਇਹੀ ਸਾਰੀ ਖੇਡ ਹੈ ਜੀ। ਧੰਨਵਾਦ ਜੀ। ਅਗਲੇ ਸੋਮਵਾਰ ਆਪਾਂ 11 ਤੋਂ 12 ਗੱਲ ਕਰਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਗੁਰਚਰਨ ਸਿੰਘ ਸੇਖੋਂ, ਉਹਨਾਂ ਦੀ ਕਿਤਾਬ ਜ਼ਰੂਰ ਇੱਕ ਲੈ ਕੇ ਆਇਓ, ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਸ਼ੰਕੇ ਤੇ ਸਮਾਧਾਨ। ਉਦੋਂ ਪਹਿਲਾਂ ਉਹਨਾਂ ਨੇ ਲਿਖਿਆ ਬੇਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਬਦ ਮੂਰਤ, ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਸ਼ੰਕੇ ਤੇ ਸਮਾਧਾਨ।
ਤੇ ਉਹ ਮਿਲਦੀ ਆ ਪਾਇਲ ਬਿਜ਼ਨਸ ਸੈਂਟਰ ਯਾਰਕ ਬਿਜ਼ਨਸ ਸੈਂਟਰ ਚੋਂ, ਇੰਡੀਆ ਬੁੱਕ ਸਟੋਰ ਤੋਂ, ਉੱਥੋਂ ਤੁਸੀਂ ਲੈ ਸਕਦੇ ਹੋ।